ਚਲੋ ਬੇਟਾ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਜਿਹੜਾ ਬੇਸਿਕ ਕੰਮ ਆ ਤੁਹਾਡਾ ਉਹ ਡਿਸਕਸ ਕਰਨ ਲੱਗਾ। ਜਦੋਂ 10ਵੀਂ 'ਚ ਤੁਸੀਂ ਪੜ੍ਹਦੇ ਸੀਗੇ ਉਦੋਂ ਬਹੁਤ ਸਾਰੇ ਟੋਪਿਕ ਆ ਜਿਹੜੇ ਉਹ ਤੁਸੀਂ ਪੜ੍ਹੇ ਆ। ਮੀਨ, ਮੀਡੀਅਨ, ਮੋਡ, ਸਟੈਂਡਰਡ ਡੈਵੀਏਸ਼ਨ। ਅੱਧਿਆਂ ਨੂੰ ਤਾਂ ਯਾਦ ਵੀ ਨਹੀਂ ਹੋਣਾ ਕਿ ਅਸੀਂ ਕਦੋਂ ਪੜ੍ਹ ਲਏ ਇਹ, ਪਰ ਤੁਸੀਂ ਪੜ੍ਹੇ ਸੀ। ਪਰ ਮੈਂ ਇਹ ਕਹਿਣ ਨੂੰ ਨਹੀਂ ਸਾਰਾ ਦੁਬਾਰਾ ਦੱਸ ਰਿਹਾ ਵੀ ਮੈਂ ਤੁਹਾਡੇ 'ਤੇ ਛੱਡ ਦੂੰਗਾ ਇਹ ਸਾਰਾ ਕੰਮ ਵੀ ਦੁਬਾਰਾ ਪੜ੍ਹ ਲਓ ਜਾਂ ਪਹਿਲਾਂ ਜੋ ਪੜ੍ਹ ਲਿਆ ਹੁਣ ਮੈਂ ਨਹੀਂ ਪੜ੍ਹਾਉਣਾ। ਦੇਖੋ ਆਪਾਂ ਸਾਰਾ ਕੁਛ ਡਿਸਕਸ ਕਰਨ ਲੱਗੇ ਹਾਂ, ਉਹੀ 10ਵੀਂ ਵਾਲਾ ਕੰਮ ਆ। ਮੀਨ ਤੋਂ ਸਟਾਰਟ ਕਰਾਂਗੇ, ਹੌਲੀ ਹੌਲੀ ਅੱਗੇ ਵਧਾਂਗੇ, ਸਟੈਂਡਰਡ ਡੈਵੀਏਸ਼ਨ ਤੱਕ ਜਾਣਾ। ਉਸ ਤੋਂ ਬਾਅਦ ਆਪਾਂ ਜਿਹੜਾ ਤੁਹਾਡੇ MSc 'ਚ ਜਿਵੇਂ ਕੁਐਸਚਨ ਆਉਂਦੇ ਆ, ਥੋੜ੍ਹੇ ਜਿਹੇ ਪੇਪਰ 'ਚ ਵੀ ਤੁਸੀਂ ਦੇਖ ਸਕਦੇ ਹੋ, ਥੋੜ੍ਹੇ ਜਿਹੇ ਅਜੀਬੋ-ਗਰੀਬ ਜਿਹੇ ਲੱਗਦੇ ਆ, ਉਹ ਟੋਪਿਕਸ 'ਤੇ ਆ ਜਾਣਾ। ਸੋ ਛੇਤੀ ਤੋਂ ਛੇਤੀ ਆਪਾਂ ਕੋਸ਼ਿਸ਼ ਕਰਨਾ ਵੀ ਇਹ 10th ਵਾਲਾ ਕੰਮ ਲੰਘ ਜੇ। ਦੂਸਰਾ ਜਿਹੜਾ ਇਹ ਸੈਂਟਰਲ ਆਫ ਟੈਂਡੈਂਸੀ ਹੈ, ਇਹ ਸਾਰੇ ਟੋਪਿਕ ਵੀ ਪੇਪਰ 'ਚ ਆ ਜਾਂਦੇ ਆ ਕਿਉਂਕਿ ਤੁਹਾਡੇ ਕੋਲ ਕੁਐਸਚਨ ਪੇਪਰ ਆ ਜਿਹੜਾ ਉਹ ਇੱਕ ਆ। ਸ਼ਾਇਦ ਉਹਦੇ 'ਚ ਥੋੜ੍ਹਾ ਜਿਹਾ ਘੱਟ ਆਇਆ ਹੋਵੇ ਜਾਂ ਵੱਧ ਆਇਆ ਹੋਵੇ। ਇੱਕ ਪੇਪਰ ਦੇ ਹਿਸਾਬ ਨਾਲ ਆਪਾਂ ਅੰਦਾਜ਼ੇ ਨਹੀਂ ਲਾ ਸਕਦੇ। ਸੋ ਜੋ ਸਿਲੇਬਸ 'ਚ ਮੈਂਸ਼ਨ ਕਰਤਾ ਆਪਾਂ ਨੂੰ ਉਹ ਕਰਨਾ ਹੀ ਪੈਣਾ। ਸੋ ਇਹ ਚੀਜ਼ ਇੱਥੋਂ ਆਪਾਂ ਸਟਾਰਟ ਕਰ ਲੈਂਦੇ। ਸਭ ਤੋਂ ਪਹਿਲਾਂ ਜਿਹੜਾ ਆਉਂਦਾ ਹੈ ਮਾਈਅਰ ਆਫ ਸੈਂਟਰਲ ਟੈਂਡੈਂਸੀ, ਇਹ ਚੀਜ਼ ਆਉਂਦੀ ਹੈ। ਇਹਦਾ ਮਤਲਬ ਕੀ ਹੁੰਦਾ, ਜਿਹਦੇ ਨਾਲ ਆਪਾਂ ਨੂੰ ਉੱਕਾ ਪੁੱਕਾ ਪਤਾ ਲੱਗੇ ਕਿਸੇ ਚੀਜ਼ ਦਾ। ਕੋਈ ਵੀ ਚੀਜ਼ ਦਾ ਉੱਕਾ ਪੁੱਕਾ ਅੰਦਾਜ਼ਾ। ਜਿਵੇਂ ਮੰਨ ਲਓ ਤੁਹਾਡੇ ਕੋਲ ਇੱਕ ਸਟੂਡੈਂਟ ਆ ਅਤੇ ਉਹਦੇ ਨੰਬਰ ਆਏ ਆ, ਕਹਿ ਲਓ ਕਿ ਉਹਦੇ 20 ਨੰਬਰ ਆ ਗਏ। ਕਿੰਨੇ 'ਚੋਂ? 20 'ਚੋਂ 20 ਨੰਬਰ ਆ ਗਏ। ਪ੍ਰਿੰਸੀਪਲ ਮੰਨ ਲਓ ਮੇਰਾ ਹੀ ਸਟੂਡੈਂਟ ਆ ਕੋਈ ਜਿਹਦੇ 20 'ਚੋਂ 20 ਆਏ ਆ। ਪ੍ਰਿੰਸੀਪਲ ਸਰ ਮੇਰੇ ਰੂਮ 'ਚ ਆਏ, ਮੈਥੋਂ ਪੁੱਛਦੇ ਆ ਕਿ ਜਿਹੜਾ ਹੈ ਤੁਹਾਡੀ ਕਲਾਸ ਕਿਹੋ ਜਿਹੀ ਆ ਪੜ੍ਹਨ ਨੂੰ। ਮੈਂ ਕੀ ਕਹੂੰਗਾ? ਮੈਂ ਕਹੂੰਗਾ ਮੈਂ ਸਭ ਤੋਂ ਬੈਸਟ ਸਟੂਡੈਂਟ ਆ ਜਿਹਦੇ ਪੂਰੇ ਨੰਬਰ ਆਏ। ਉਹਨੂੰ ਉਠਾ ਕੇ ਕਹੂੰਗਾ ਵੇਖੋ ਸਰ ਇਹਦੇ 20 'ਚੋਂ 20 ਨੰਬਰ ਆ, ਮੇਰੀ ਕਲਾਸ ਬਹੁਤ ਹੁਸ਼ਿਆਰ ਆ। ਕੀ ਇਹ ਕਹਿਣਾ ਠੀਕ ਆ? ਨਹੀਂ, ਕਿਉਂਕਿ ਇੱਕ ਸਟੂਡੈਂਟ ਦੇ 20 'ਚੋਂ 20 ਨੰਬਰ ਆਏ ਆ, ਸਾਰਿਆਂ ਦੇ ਨਹੀਂ। ਓਬਵੀਅਸਲੀ ਪ੍ਰਿੰਸੀਪਲ ਸਰ ਮੈਨੂੰ ਕਹਿਣਗੇ ਵੀ ਬਾਕੀ ਕਲਾਸ ਦੇ ਵੀ ਨੰਬਰ ਦੱਸ। ਮੰਨ ਲਓ ਪਹਿਲੇ ਰੋਲ ਨੰਬਰ ਦੇ 5 ਨੰਬਰ ਆਏ 20 'ਚੋਂ, ਦੂਸਰੇ ਰੋਲ ਨੰਬਰ ਦੇ 10, ਤੀਸਰੇ ਦੇ 20, ਠੀਕ ਆ, ਫਿਰ 15। ਉਸ ਤੋਂ ਬਾਅਦ ਜਿੰਨੇ ਵੀ ਸਟੂਡੈਂਟ ਆ ਕਿਸੇ ਦੇ 5 ਨੰਬਰ ਤੋਂ ਨਹੀਂ ਵਧੇ, ਸਾਰਿਆਂ ਦੇ 4, 5, 20 'ਚੋਂ 5 ਨੰਬਰ ਤੋਂ ਨਹੀਂ ਵਧੇ। ਹੁਣ ਤੁਹਾਨੂੰ ਕੀ ਲੱਗ ਰਿਹਾ ਵੀ ਮੇਰੀ ਕਲਾਸ ਕਿਹੋ ਜਿਹੀ ਆ? ਤੁਸੀਂ ਕਹੋਗੇ ਸਰ ਬਹੁਤ ਨਲਾਇਕ ਕਲਾਸ ਆ। ਹੁਣ ਜਦੋਂ ਪ੍ਰਿੰਸੀਪਲ ਸਰ ਨੇ ਸਾਰਿਆਂ ਦੇ ਨੰਬਰ ਪੁੱਛ ਲਏ ਤਾਂ ਉਹ ਕਹਿਣਗੇ ਨਹੀਂ ਯਾਰ ਤੇਰੀ ਕਲਾਸ ਤਾਂ ਠੀਕ ਨਹੀਂ ਹੈਗੀ। ਪ੍ਰੋਬਲਮ ਕੀ ਆਈ? ਜਦੋਂ ਪਹਿਲਾ ਸਟੂਡੈਂਟ ਖੜ੍ਹਾ ਕੀਤਾ ਸੀ ਦੈਨ ਬਹੁਤ ਵਧੀਆ, ਬਾਕੀ ਸਟੂਡੈਂਟ ਆਏ ਦੈਨ ਮਾੜੀ। ਹੁਣ ਮੰਨ ਲਓ ਜੇ ਪ੍ਰਿੰਸੀਪਲ ਸਰ ਕਹਿੰਦੇ ਆ ਵੀ ਮੇਰੇ ਕੋਲ ਭਾਈ ਇੰਨਾ ਟਾਈਮ ਨਹੀਂ ਵੀ ਮੈਂ ਇਕੱਲੇ ਸਟੂਡੈਂਟ ਕੋਲ ਗੱਲ ਕਰਾਂ, ਇਕੱਲੇ ਸਟੂਡੈਂਟ ਨਾਲ ਮਿਲਾਂ ਅਤੇ ਉਹਦੇ ਨੰਬਰ ਪੁੱਛਾਂ, ਨਾ ਹੀ ਮੇਰੇ ਕੋਲ ਇਹ ਟਾਈਮ ਆ ਵੀ ਤੇਥੋਂ ਮੈਂ ਲਿਸਟ ਬਣਵਾਵਾਂ। ਮੈਨੂੰ ਇੱਕ ਵਾਰੀ ਉੱਕਾ ਪੁੱਕਾ ਜਿਹਾ ਦੱਸ ਦੇ ਵੀ ਤੇਰੀ ਕਲਾਸ ਕਿਹੋ ਜਿਹੀ ਆ, ਚੰਗੀ ਆ, ਨਲਾਇਕ ਆ ਕਿ ਹੁਸ਼ਿਆਰ ਆ। ਸੋ ਮੈਂ ਉੱਥੇ ਕੀ ਕਰੂੰਗਾ? ਮੈਂ ਕਰੂੰਗਾ ਸਰ ਮੈਂ ਇੱਦਾਂ ਕਰਦਾ, ਮੈਂ ਸਾਰੀ ਕਲਾਸ ਦੇ ਨਾ ਐਵਰੇਜ ਕੱਢ ਦਿੰਦਾ। ਐਵਰੇਜ ਮਤਲਬ ਮੀਨ। ਸੋ ਪਹਿਲੇ ਸਟੂਡੈਂਟ ਦੇ 20 ਨੰਬਰ ਆਏ ਸੀਗੇ, ਦੂਸਰੇ ਸਟੂਡੈਂਟ ਦੇ 2, ਫਿਰ 15 ਵੀ ਆਏ ਸੀ ਕਿਸੇ ਦੇ, ਫਿਰ 1, 2, 3, 4 ਇੰਨੇ ਕੁ ਸਟੂਡੈਂਟ ਆ। ਮੈਂ ਕਿਹਾ ਚਲੋ ਇੰਨੇ ਕੁ ਨੰਬਰ ਸਾਰਿਆਂ ਦੇ ਮੈਂ ਜੋੜ ਲਏ। ਜੋੜ ਕੇ ਇਹਦੇ ਨਾਲ ਮੈਂ ਡਿਵਾਈਡ ਕਰਤਾ। ਕਿਹਦੇ ਨਾਲ ਡਿਵਾਈਡ ਕਰਨਾ? 1, 2, 3, 4, 5, 6, 7 ਸਟੂਡੈਂਟ ਆ। ਸੋ 7 ਨਾਲ ਡਿਵਾਈਡ ਕਰਤਾ ਜੋੜ ਕੇ। ਇਹਦਾ ਮਤਲਬ ਜਿਹੜੇ ਮਾਰਕਸ ਆ ਉਹ ਕਿੰਨੇ ਬਣ ਗਏ? ਜੋੜ ਕੇ ਦੇਖੋ ਇੱਥੇ ਆਪਣੇ ਕੋਲ ਕੀ ਬਣ ਗਿਆ? 20 ਤੋਂ 22, 22 ਤੇ 15 37, 37 ਤੇ 38, 40, 43, 47। ਜਾਣੀ ਕਿ ਮੇਰੇ ਕੋਲ ਜਿਹੜੇ ਸਟੂਡੈਂਟ ਆ ਉਹਨਾਂ ਦੀ ਐਵਰੇਜ ਸਕੋਰ 47/7 ਬਣਦਾ। ਇਹ ਅਪਰੋਕਸੀਮੇਟਲੀ 7×6=42 ਹੁੰਦਾ। ਸੋ ਇੱਥੇ 6 ਪੁਆਇੰਟ ਸਮਥਿੰਗ ਕੁਛ ਆਊਗਾ, ਕਹਿ ਲਓ ਕਿ 6.6 ਲਾ ਲਓ। ਜਾਣੀ ਕਿ ਮੇਰੀ ਕਲਾਸ ਇੰਨੇ ਕੁ ਜੋਗੀ ਆ ਵੀ ਉਹਦੇ 20 'ਚੋਂ 6 ਨੰਬਰ ਦੇ ਨੇੜੇ ਤੇੜ ਆ ਰਿਹਾ ਸਾਰਾ ਕੁਛ। 20 'ਚੋਂ 6 ਨੰਬਰ ਦੇ ਨੇੜੇ ਤੇੜ। ਸੋ ਇੱਥੋਂ ਪਤਾ ਲੱਗਦਾ ਵੀ ਮੇਰੀ ਕਲਾਸ ਕਿੰਨੀ ਕੁ ਹੁਸ਼ਿਆਰ ਆ, ਕਿੰਨੀ ਕੁ ਨਲਾਇਕ। ਇਹਨੂੰ ਡੱਲ ਵੀ ਨਹੀਂ ਕਿਹਾ ਜਾ ਸਕਦਾ
ਕਿਉਂਕਿ ਐਵਰੇਜ ਪਾਸਿੰਗ ਸਕੋਰ 20 ਚੋਂ 6 ਹੀ ਹੁੰਦਾ। ਸੋ ਮੈਂ ਇਹ ਕਹਿ ਸਕਦਾ ਵੀ ਪਾਸ ਹੋਣ ਜੋਗੀ ਕਲਾਸ ਆ ਇਹ ਮਸਾਂ। ਠੀਕ ਆ, ਹਜੇ ਵੀ ਡਾਊਟ ਜਿਹਾ ਲੱਗਦਾ ਆਪਾਂ ਨੂੰ, ਹੈ ਨਾ, ਕਿਉਂਕਿ ਪਾਸ ਤਾਂ 2-3 ਸਟੂਡੈਂਟ ਹੀ ਹੋਏ ਆ, ਹੈ ਨਾ। ਪਾਸ ਤਾਂ 20 ਵਾਲਾ ਹੋਇਆ, 15 ਵਾਲਾ ਹੋਇਆ, ਅਤੇ ਬਾਕੀ ਦੇ ਜਿਹੜੇ ਸਟੂਡੈਂਟ ਆ ਜਿਨ੍ਹਾਂ ਦਾ 1 ਨੰਬਰ ਸੀ ਉਹ ਵੀ ਫੇਲ ਸੀ, 2 ਵਾਲਾ ਵੀ ਫੇਲ, 3 ਵਾਲਾ ਵੀ ਫੇਲ, 5 ਵਾਲਾ ਵੀ ਫੇਲ, ਸਾਰਿਆਂ ਦੇ 5 ਤੋਂ ਥੱਲੇ ਹੀ ਸੀ। ਫਿਰ ਮੈਂ ਸਾਰੀ ਕਲਾਸ ਨੂੰ ਕਿਵੇਂ ਕਹਿ ਸਕਦਾ ਵੀ ਇਹ ਪਾਸ ਹੋਣ ਵਾਲੀ ਕਲਾਸ ਆ। ਸੋ ਇਹਦਾ ਮਤਲਬ ਕੀ ਆ ਕਿ ਇਹਦੇ 'ਚ ਕਮੀ ਆ ਮੀਨ 'ਚ। ਠੀਕ ਹੈ, ਸੋ ਮੀਨ ਦੀ ਕਮੀ ਦੂਰ ਕਰਨ ਨੂੰ ਮੀਡੀਅਨ ਆਇਆ, ਮੀਡੀਅਨ ਦੀ ਕਮੀ ਦੂਰ ਕਰਨ ਨੂੰ ਮੋਡ ਆਇਆ, ਮੋਡ ਦੀ ਕਮੀ ਦੂਰ ਕਰਨ ਨੂੰ ਸਟੈਂਡਰਡ ਡੈਵੀਏਸ਼ਨ ਆਇਆ। ਇਹ ਕਮੀ ਜਿਹੜੀ ਰਹਿੰਦੀ ਆ ਇਹ ਸਟੈਟਿਕਲ ਡੇਟਾ ਜਿਹੜਾ ਹੁੰਦਾ ਆਪਣਾ ਉਹਦੇ 'ਚ ਹਮੇਸ਼ਾ ਹੀ ਰਹਿੰਦੀ ਆ, ਇੱਕ ਐਰਰ ਦੀ ਨੌਬਤ ਆਈ ਰਹਿੰਦੀ ਹੈ ਹਮੇਸ਼ਾ। ਸੋ ਇਹ ਚੀਜ਼ ਨੂੰ ਆਪਾਂ ਯਾਦ ਰੱਖਣਾ। ਜਿਵੇਂ ਦੇਖੋ ਤੁਸੀਂ ਮੈਥੋਂ ਪੁੱਛਦੇ ਹੋ ਕਿ ਸਰ ਆਪਣਾ ਜਿਹੜਾ ਮੰਨ ਲਓ ਆਪਣੀ ਕੰਟਰੀ ਦੀ ਐਗਜ਼ਾਮਪਲ ਦੇਈਏ, ਜਿਵੇਂ ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ, ਮੈਂ ਨਾ ਜੋ ਵੀ ਹੈ ਜਿਹਦੇ ਖਿਲਾਫ ਆਪਾਂ ਹੈਗੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਜੇ ਮੰਨ ਲਓ ਆਪਣੀ ਜਿਹੜੀ ਕੰਟਰੀ ਆ ਜੇ ਦੇਖਿਆ ਜਾਵੇ ਇਹ ਇਕਨੋਮਿਕਸ ਦੇ ਹਿਸਾਬ ਨਾਲ ਇਹ 6ਵੇਂ ਨੰਬਰ 'ਤੇ ਆਉਂਦੀ ਸੀ ਲਾਸਟ ਟਾਈਮ ਜਦੋਂ ਮੈਂ ਇੰਟਰਨੈਟ 'ਤੇ ਦੇਖਿਆ ਸੀਗਾ, 6ਵੇਂ ਨੰਬਰ 'ਤੇ। ਮਤਲਬ ਇਸ ਕੰਟਰੀ 'ਚ ਇੰਡੀਆ 'ਚ ਇੰਨਾ ਪੈਸਾ ਹੈ ਕਿ ਬਾਕੀ ਜਿਹੜੀਆਂ 250 ਦੇ ਨੇੜੇ ਕੰਟਰੀਆਂ ਉਹ ਪਿੱਛੇ ਰਹਿ ਜਾਂਦੀਆਂ। ਇਹ ਤੋਂ ਸਿਰਫ 5 ਕੰਟਰੀਆਂ ਹੀ ਅੱਗੇ ਸੀਗੀਆਂ ਪੈਸੇ ਦੇ ਹਿਸਾਬ ਨਾਲ। ਸੋ ਇੱਥੇ ਇਸ ਹਿਸਾਬ ਨਾਲ ਤਾਂ ਇਹ ਗੱਲ ਬਣਦੀ ਆ ਕਿ ਸਾਰੀਆਂ ਹੀ ਜਿਹੜੀਆਂ ਹੈ ਕੰਟਰੀਆਂ ਉਹਨਾਂ ਤੋਂ ਇਹ ਅਮੀਰ ਦੇਸ਼ ਹੈ। ਸੋ ਇਹ ਤਾਂ ਪ੍ਰੋਬਲਮ ਆ ਗਈ, ਕਿਉਂਕਿ ਅਮੀਰੀ ਹੈ ਜਿਹੜੀ ਉਹ ਦਿਖਤਾ ਰਹੀ ਨਹੀਂ। ਸੋ ਇੱਥੇ ਪ੍ਰੋਬਲਮ ਆਈ ਕਿਉਂ, ਉਹ ਮੈਂ ਤੁਹਾਨੂੰ ਦਿਖਾਉਣ ਲੱਗਾ ਪ੍ਰੋਬਲਮ ਕਿਵੇਂ ਆ। ਮੰਨ ਲਓ ਮੈਂ ਪ੍ਰਤੀ ਵਿਅਕਤੀ ਆਮਦਨ ਕੈਲਕੂਲੇਟ ਕਰਨਾ ਚਾਹੁੰਦਾ ਪਰ ਮੰਥ। ਮੰਨ ਲਓ ਤੁਹਾਡਾ ਇੱਕ ਦੋਸਤ ਆ ਉਹ 10,000 ਮਹੀਨੇ ਦਾ ਕਮਾਉਂਦਾ। ਪ੍ਰਤੀ ਵਿਅਕਤੀ ਆਮਦਨ ਕੱਢੀ ਕਿਵੇਂ ਜਾਂਦੀ ਹੈ, ਅਤੇ ਤੁਸੀਂ ਮੰਨ ਲਓ ਕਮਾਉਂਦੇ ਹੋ 20,000 ਮਹੀਨੇ ਦਾ, ਦੋਵਾਂ ਦੀ ਜੁੜ ਗਈ। ਉਸ ਤੋਂ ਬਾਅਦ ਤੁਹਾਡਾ ਇੱਕ ਦੋਸਤ ਆ, ਦੋਸਤ ਨਹੀਂ ਹੋ ਸਕਦਾ ਵੈਸੇ ਜਿੰਨੀ ਮੈਂ ਸੈਲਰੀ ਦੱਸਣ ਲੱਗਾ, ਮੰਨ ਲਓ ਉਹ ਕਮਾਉਂਦਾ 10 ਲੱਖ ਪਰ ਮੰਥ। ਵੈਸੇ ਇਹ ਆਪਣਾ ਦੋਸਤ ਨਹੀਂ ਨਾ ਹੋ ਸਕਦਾ, 10 ਲੱਖ ਲਾ ਲਿਆ। ਇਹਨਾਂ ਤਿੰਨਾਂ ਦੇ ਮੰਨ ਲਓ ਇੱਕ ਪਿੰਡ 'ਚ ਇਹ ਤਿੰਨੇ ਹੀ ਰਹਿੰਦੇ ਆ, 3 ਦੋਸਤ ਹੀ ਰਹਿੰਦੇ ਆ। ਠੀਕ ਆ, ਪ੍ਰਤੀ ਵਿਅਕਤੀ ਆਮਦਨ ਮੈਂ ਕੈਲਕੂਲੇਟ ਕਰਨ ਲੱਗਾ, ਮੈਂ ਕੀ ਕਰੂੰਗਾ, ਮੈਂ ਮੀਨ ਕੈਲਕੂਲੇਟ ਕਰੂੰਗਾ, ਮੀਨ ਕੱਢੂੰਗਾ। ਕਿਵੇਂ, ਮੈਂ ਇਹਨਾਂ ਤਿੰਨਾਂ ਦੀ ਸੈਲਰੀ ਜੋੜੂੰਗਾ ਅਤੇ 3 'ਤੇ ਡਿਵਾਈਡ ਕਰ ਦੂੰਗਾ। ਮਤਲਬ ਦੇਖੋ ਪ੍ਰਤੀ ਵਿਅਕਤੀ ਆਮਦਨ ਕੈਲਕੂਲੇਟ ਕਰਨ ਦਾ ਤਰੀਕਾ ਜਿਹੜਾ ਮੀਨ ਦੇ ਹਿਸਾਬ ਨਾਲ ਜੇ ਆਪਾਂ ਕੈਲਕੂਲੇਟ ਕਰਦੇ ਹਾਂ ਕਿੰਨਾ ਡਲ ਤਰੀਕਾ ਹੈ ਇਹ। ਸੋ ਇਹਨੂੰ ਜੋੜੋ, ਕੀ ਆਇਆ 20,000 'ਚ 10,000 ਜੋੜੇ 30,000, 10 ਲੱਖ ਜੋੜਿਆ 10 ਲੱਖ 30,000 ਬਣ ਜੂਗਾ, ਅਤੇ ਨੀਚੇ ਕੀ ਆ 3। ਸੋ ਇਹ ਬਣ ਗਿਆ 10 ਲੱਖ ਆਈ ਥਿੰਕ 30,000, ਇੰਨਾ ਕੀ ਬਣੂਗਾ 1 ਲੱਖ। ਇੱਥੇ ਇੱਕ ਆਉਣਾ ਸੀਗਾ, ਆਹ ਬਣ ਗਿਆ 10 ਲੱਖ 30,000 ਬਣ ਗਿਆ। ਇੱਥੇ ਵੀ 0 ਇਹ ਵਾਲੀ, ਅਤੇ ਇਹਨੂੰ ਜਦੋਂ 10 ਲੱਖ 30,000 ਨੂੰ 3 'ਤੇ ਡਿਵਾਈਡ ਜਦੋਂ ਤੁਸੀਂ ਕੀਤਾ ਤਾਂ ਕੀ ਬਣ ਗਿਆ, ਅਪਰੋਕਸੀਮੇਟਲੀ ਇਹ ਬਣ ਗਿਆ 3 ਲੱਖ ਦੇ ਨੇੜ। ਜਾਣੀ ਕਿ ਇਹ ਜਿਹੜਾ ਨਤੀਜਾ ਨਿਕਲਿਆ ਉਹ ਨਤੀਜਾ ਕੀ ਕਰਦਾ, ਉਹ ਕਹਿੰਦਾ ਕਿ ਹਰੇਕ ਬੰਦੇ ਦੀ ਜਿਹੜੀ ਤਨਖਾਹ ਪਰ ਮੰਥ 3 ਲੱਖ ਆ। ਹੁਣ ਤੁਹਾਡੀ ਤਨਖਾਹ ਤਾਂ ਸੀਗੀ 10,000 ਅਤੇ ਸਰਕਾਰੀ ਖਾਤੇ 'ਚ ਕਿੰਨੀ ਡਿੱਗੀ ਆ, ਸਰਕਾਰੀ ਅੰਕੜਾ ਕੀ ਕਹਿੰਦਾ ਕਿ ਤੁਹਾਡੀ ਤਨਖਾਹ ਹੈਗੀ ਆ 3 ਲੱਖ। ਇਹ ਕਿੱਡੀ ਵੱਡੀ ਗਲਤੀ ਆ। ਜੇ ਆਪਾਂ ਹੁਣ ਕਰੀਏ, ਇੱਕ ਤਾਂ ਰਿਕਸ਼ੇ ਵਾਲਾ ਜਿਹਦੀ ਤਨਖਾਹ ਰੋਜ਼ ਜਿਹੜਾ ਪਰ ਡੇ ਦੇ ਹਿਸਾਬ ਨਾਲ ਮੰਨ ਲਓ ਸੈਲਰੀ ਕਮਾਉਣੀ ਹੈ, ਚਲੋ ਪਰ ਮੰਥ ਹੀ ਰੱਖੋ, ਰਿਕਸ਼ੇ ਵਾਲਾ ਮੰਨ ਲਓ 3,000 ਇੱਕ ਮਹੀਨੇ ਦਾ ਕਮਾ ਰਿਹਾ। ਠੀਕ ਆ, ਉਹਦੇ ਨਾਲ ਜੁੜਨਾ ਕੌਣ ਆ, ਅੰਬਾਨੀ। ਸਮਝਦੇ ਹੋ, ਜਿਹੜਾ 1 ਸੈਕਿੰਡ 'ਚ 1 ਲੱਖ ਕਮਾਉਂਦਾ। ਮੰਨ ਲਓ ਪਰ ਮੰਥ ਇਹਦੀ ਵੈਸੇ ਮੈਨੂੰ ਪਤਾ ਨਹੀਂ ਹੈ ਕਿੰਨੀ ਅਣਗਿਣਤੀ, ਉਹਨੂੰ ਖੁਦ ਨੂੰ ਨਹੀਂ ਪਤਾ,
ਹੋਣਾ ਕਿ ਉਹਦੇ 'ਚ ਕਿੰਨੇ ਖਾਤੇ 'ਚ ਪੈਸੇ ਡਿੱਗਦੇ ਆ ਪਰ ਮੰਥ। ਚਲੋ ਮੰਨ ਲੈਂਦੇ ਹਾਂ ਆਪਾਂ, ਲਾ ਲੈਂਦੇ ਹਾਂ ਬਈ 100 ਮਿਲੀਅਨ ਦੇ ਹਿਸਾਬ ਨਾਲ, ਵੈਸੇ ਥੋੜ੍ਹਾ ਬਹੁਤ, ਪਰ ਮੇਰੇ ਕੋਲ ਪੇਜ ਛੋਟਾ ਵਾਈਟ ਜਿਹੜਾ ਹੈ, 100 ਮਿਲੀਅਨ ਮੰਨ ਲਓ, ਲਾ ਲਓ ਉਹਦੀ ਆਮਦਨ ਆ। ਇਹ 3000 ਵਾਲਾ 100 ਮਿਲੀਅਨ ਨਾਲ ਜੋੜਿਆ ਜਾਊਗਾ। ਦੋਵਾਂ ਬੰਦਿਆਂ ਦੀ ਪ੍ਰਤੀ ਵਿਅਕਤੀ ਆਮਦਨ ਜੇ ਕੱਢਣੀ ਹੋਵੇ ਤਾਂ ਗੌਰਮੈਂਟ ਨੇ 2 ਨਾਲ ਡਿਵਾਈਡ ਕਰਕੇ ਕੱਢਣੀ ਆ। ਹੁਣ ਕਿੰਨੀ ਆਈ? ਇਹ 100 ਮਿਲੀਅਨ ਇਹਦੀ, 3000 ਇਹਦੀ, 100 ਮਿਲੀਅਨ 3000, ਉਹਨੂੰ 2 ਤੇ ਡਿਵਾਈਡ ਕਰਾਂਗੇ, ਅਪਰੋਕਸੀਮੇਟਲੀ 50 ਮਿਲੀਅਨ ਦੋਹਾਂ ਦੀ ਆਉਣੀ ਆ। ਰਿਕਸ਼ੇ ਵਾਲੇ ਦੀ ਵੀ 50 ਮਿਲੀਅਨ ਅਤੇ ਦੂਸਰੇ ਦੀ ਵੀ 50 ਮਿਲੀਅਨ। ਇਸ ਫਾਰਮੂਲੇ ਨਾਲ ਆਪਣੀ ਕੰਟਰੀ 'ਚ ਹਰੇਕ ਬੰਦਾ ਬੱਚੇ ਬਹੁਤ ਅਮੀਰ ਆ। ਪਰ ਪ੍ਰੋਬਲਮ ਕੀ ਆ ਰਹੀ ਆ? ਪ੍ਰੋਬਲਮ ਆਪਣੀ ਤਨਖਾਹ ਇੱਦਾਂ ਨਹੀਂ ਮਿਲਦੀ, ਇੱਦਾਂ ਨਹੀਂ ਹੁੰਦੀ। ਆਪਣੀ ਤਨਖਾਹ ਕਿਵੇਂ ਆ? ਇੱਕ ਬੰਦੇ ਜੀ ਦੀ 1 ਘੰਟੇ 'ਚ 100 ਰੁਪਈਆ ਕਮਾਉਂਦਾ, ਦੂਸਰਾ ਸ਼ਾਇਦ 50 ਕਮਾਉਂਦਾ ਹੋਵੇ, ਤੀਸਰਾ 30, 20, ਕੋਈ 5 ਰੁਪਈਏ ਵੀ ਕਮਾਉਂਦਾ ਹੋਊ, ਇੱਕ 15 ਵੀ ਕਮਾਉਂਦਾ ਹੋਊ, ਇੱਕ 2 ਰੁਪਈਆ ਵੀ ਕਮਾਉਂਦਾ ਹੋਊ, ਇੱਕ 1 ਰੁਪਈਆ ਵੀ ਕਮਾਉਂਦਾ ਹੋਊ। ਰਾਜੇ ਇੱਥੋਂ ਤੋਂ ਲੈ ਕੇ ਇੱਥੋਂ ਤੱਕ, ਇੱਥੋਂ ਸ਼ੁਰੂ ਕਰਕੇ ਇੱਥੋਂ ਤੱਕ ਇਹ ਡੇਟਾ ਦੇ ਜੇ ਮੀਨ ਕੱਢਿਆ ਜਾਵੇ ਤਾਂ ਇਹ ਕੁਛ ਠੀਕ ਵੀ ਲੱਗਦਾ। ਆਪਣੀ ਜਿਹੜੀ ਪ੍ਰਤੀ ਵਿਅਕਤੀ ਆਮਦਨ ਆ, ਐਰਰ ਤਾਂ ਆਊਗਾ ਪਰ ਨੇੜੇ ਜੇ ਰਹੂਗਾ। ਜੇ ਆਹ ਵੱਡੇ 3 ਦਿੱਗਜ ਵਿੱਚ ਸ਼ਾਮਲ ਕਰ ਲਏ ਜਾਣ, ਇਹ ਕੌਣ ਆ? ਅੰਬਾਨੀ, ਇਹ ਸ਼ਾਹਰੁਖ ਖਾਨ, ਇਹ ਸਲਮਾਨ ਖਾਨ। ਜੇ ਇਹਨਾਂ ਦੀ ਆਮਦਨ ਵਿੱਚ ਜੋੜ ਲਈਏ ਤਾਂ ਬਹੁਤ ਵੱਡਾ ਐਰਰ ਆ ਜਾਂਦਾ। ਠੀਕ ਆ। ਸੋ ਮੀਨ ਆ ਜਿਹੜਾ ਉਹ ਰਿਸਟ੍ਰਿਕਟਡ ਆ, ਮੀਨ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਦਾ ਜਸਟ ਫਾਰਮੂਲਾ, ਉਹਨੇ ਪ੍ਰਤੀ ਵਿਅਕਤੀ ਆਮਦਨ ਦੇਈ ਜਾਣੀ ਆ। ਸੋ ਇਹ ਫਾਰਮੂਲੇ ਨੂੰ ਸਮਝੋ। ਮੈਂ ਇੱਥੇ ਹੁਣ ਫਾਰਮੂਲਾ ਤੁਹਾਨੂੰ ਸਮਝਾਉਣ ਲੱਗਾ। ਆਹ ਦੇਖੋ, ਸੈਂਟਰਲ ਆਫ ਟੈਂਡੈਂਸੀ ਤੋਂ ਸਟਾਰਟ ਹੁੰਦਾ ਆਹ ਵਾਲਾ, ਕੰਪੈਰੀਜ਼ਨ ਆਫ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਦਾ ਮਤਲਬ ਤੁਸੀਂ ਸਮਝਦੇ ਹੋ, ਜਿਵੇਂ ਕੁਛ ਡਿਸਟਰੀਬਿਊਟ ਕੀਤਾ ਜਾਂਦਾ, ਜਿਵੇਂ ਤਨਖਾਹ ਡਿਸਟਰੀਬਿਊਟ ਕੀਤੀ ਜਾਂਦੀ ਹੈ, ਕੁਛ ਵੀ ਫ੍ਰੀਕੁਐਂਸੀ ਹੈ ਜਿਹੜੀ ਉਹਦੀ ਕਹਿ ਲਓ ਕਿ ਇਹ ਦੇਖਦੇ ਆ ਵੀ ਕਿਸ ਤਰੀਕੇ ਨਾਲ, ਅਮਾਊਂਟ ਕਹਿ ਸਕਦੇ ਹਾਂ, ਕਿੰਨੇ ਅਮਾਊਂਟ 'ਚ ਡਿਸਟਰੀਬਿਊਟ ਹੋਇਆ, ਕੰਪੈਰੀਜ਼ਨ ਕੀਤਾ ਜਾਂਦਾ। ਠੀਕ ਆ। ਕਿਸੇ ਨੂੰ 100 ਰੁਪਈਏ ਮਿਲ ਗਏ, ਕਿਸੇ ਨੂੰ 10 ਰੁਪਈਏ ਮਿਲ ਗਏ, ਦੋਵੇਂ ਫ੍ਰੀਕੁਐਂਸੀ ਕਹਿ ਦਿੰਦੇ ਆ ਵੀ ਕਿੰਨਾ ਅਮਾਊਂਟ ਉਹਨੂੰ ਮਿਲਿਆ ਹੋਇਆ। ਸੋ ਇਹ ਚੀਜ਼ ਤੋਂ ਮੈਂ ਫੋਕਸ ਹਟਾ ਕੇ ਆਪਾਂ ਚੱਲਦੇ ਹਾਂ ਥੱਲੇ ਅਰਥਮੈਟਿਕ ਮੀਨ 'ਤੇ। ਦੇਖੋ ਇਹਦੀਆਂ 3-4 ਚੀਜ਼ਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਹੋਈਆਂ। 5 ਟਾਈਪਸ ਦੀ ਐਵਰੇਜ ਆ ਕਾਮਨ, ਜਿਹੜੀ ਆਪਾਂ ਡਿਸਕਸ ਕਰਦੇ ਹਾਂ ਸਟੈਟਿਸਟਿਕ 'ਚ। ਅਰਥਮੈਟਿਕ ਮੀਨ ਜਿਹੜਾ ਮੈਂ ਹੁਣੇ ਡਿਸਕਸ ਕਰਕੇ ਹਟਿਆ, ਮੀਡੀਅਨ, ਮੋਡ, ਜਿਓਮੈਟ੍ਰਿਕ ਮੀਨ, ਹਾਰਮੋਨਿਕ ਮੀਨ। ਇਹਨਾਂ ਸਾਰਿਆਂ 'ਚ ਕੁਛ ਨਾ ਕੁਛ ਕਮੀਆਂ, ਸਾਰੇ ਕਿਸੇ ਨਾ ਕਿਸੇ ਕਮੀ ਨੂੰ ਪੂਰੀ ਕਰਨ ਵਾਸਤੇ ਲੱਭੇ ਗਏ ਆ। ਸਭ ਤੋਂ ਪਹਿਲਾਂ ਆ ਗਿਆ ਅਰਥਮੈਟਿਕ ਮੀਨ। ਇਹਦਾ ਫਾਰਮੂਲਾ ਮੈਂ ਦੱਸਿਆ ਹੁਣੀ, ਉਹੀ ਫਾਰਮੂਲਾ ਇਹਨਾਂ ਨੇ ਲਿਖਤਾ। ਲਿਖ ਕੇ ਕੀ ਆ, ਸਭ ਤੋਂ ਪਹਿਲਾਂ ਇਹ ਕਹਿੰਦੇ ਆ ਅਰਥਮੈਟਿਕ ਮੀਨ ਕੀ ਹੁੰਦਾ। ਇਹਦੇ 2-3 ਫਾਰਮੂਲੇ ਜੇ ਇਹਨਾਂ ਨੇ ਬਣਾ ਲਏ, ਉਹ ਤੁਹਾਨੂੰ ਮੈਂ ਦੱਸਦਾ ਕਿਹੜੇ ਆ। ਸਭ ਤੋਂ ਪਹਿਲਾਂ ਡਾਇਰੈਕਟ ਮੈਥਡ। ਡਾਇਰੈਕਟ ਮੈਥਡ ਕਿਹੜਾ ਹੁੰਦਾ? ਇਹ ਕਹਿੰਦੇ ਚੁੱਪ ਕਰਕੇ ਭਾਈ ਜਿਹੜੀਆਂ ਟਰਮਸ ਆ ਗਈਆਂ, ਐਕਸ, ਜਿਵੇਂ ਮੰਨ ਲਓ ਇਹ ਸੈਲਰੀ ਨੂੰ ਮੈਂ ਐਕਸ ਕਹਿ ਰਿਹਾ, ਕਈ ਵਾਰੀ ਆਪਾਂ ਨੂੰ ਦੱਸਦੇ ਹੀ ਨਹੀਂ ਵੀ ਸੈਲਰੀ ਦਾ ਮੀਨ ਕੱਢਣਾ, ਮਾਰਕਸ ਦਾ ਮੀਨ ਕੱਢਣਾ, ਤੁਹਾਡੀ ਏਜ ਦਾ ਮੀਨ ਕੱਢਣਾ। ਸੋ ਇੱਥੇ ਆਪਾਂ ਐਕਸ ਲਿਖ ਦਿੰਦੇ ਹਾਂ। ਐਕਸ ਦਾ ਮਤਲਬ ਫੋਰ ਐਗਜ਼ਾਮਪਲ ਸਮਝ ਲਓ ਕਿ ਸੈਲਰੀ ਆਫ ਡਿਫਰੈਂਟ ਪੀਪਲ। ਠੀਕ ਆ। ਹੁਣ ਕੀ ਆ, ਆਪਣੇ ਕੋਲ ਪਹਿਲਾ ਅਮਾਊਂਟ ਆ ਜਿਹੜਾ ਉਹ X1 ਆ। ਰਿਕਸ਼ੇ ਵਾਲੇ ਦੀ ਸੈਲਰੀ ਨੂੰ ਮੈਂ X1 ਲਿਖਤਾ। ਪਿਛਲੀ ਐਗਜ਼ਾਮਪਲ 'ਚ ਮੈਂ 100 ਰੁਪਈਆ ਲਿਖਿਆ ਸੀ, ਇੱਥੇ X1 ਲਿਖਤਾ। ਫਿਰ X2 ਦੂਸਰੇ ਦੁਕਾਨਦਾਰ ਦੀ ਤਨਖਾਹ, ਫਿਰ X3। ਇਹ ਸਾਰੀਆਂ ਇਕੱਠੀਆਂ ਕਰਕੇ ਆਪਾਂ ਕੀ ਕੀਤਾ ਸੀ, ਆਪਾਂ ਇਹਨਾਂ ਨੂੰ ਜੋੜਤਾ ਸੀ ਅਤੇ ਜੋੜ ਕੇ ਜਿੰਨੀ ਇਹਨਾਂ ਦੀ ਗਿਣਤੀ ਸੀ ਉਹਦੇ ਨਾਲ ਡਿਵਾਈਡ ਕਰਤਾ ਸੀ। ਇੱਥੇ ਵੀ ਉਹੀ ਚੀਜ਼ ਕੀਤੀ ਹੋਈ ਆ। ਦੇਖੋ ਸਭ ਤੋਂ ਪਹਿਲਾਂ ਕੀ ਆ, ਥੋੜ੍ਹਾ ਜਿਹਾ ਜ਼ੂਮ ਕਰ ਲਈਏ। ਸਭ ਤੋਂ ਪਹਿਲਾਂ ਕੀ ਆਇਆ, X1, ਫਿਰ X2, ਫਿਰ XN। N ਦਾ ਮਤਲਬ ਕੀ ਹੁੰਦਾ? ਆਪਾਂ ਨੂੰ ਨਹੀਂ ਪਤਾ 3 ਬੰਦੇ ਆ, ਆਪਾਂ ਨੂੰ ਨਹੀਂ ਪਤਾ 4 ਬੰਦੇ ਆ, ਸੋ ਇਹ ਕਹਿ ਦਿੰਦੇ ਆ ਵੀ N ਬੰਦੇ ਆ, ਹੈ ਨਾ। ਹੁਣ ਜੇ ਮੰਨ ਲਓ ਮੈਂ ਕਹਤਾ ਬਈ ਅਸੀਂ ਫਲਾਨਾ ਇਕੱਠ ਸੀਗਾ, ਅਸੀਂ ਮੇਲੇ 'ਚ ਗਏ ਸੀਗੇ, ਕਿੰਨੇ ਜਾਣੇ ਸੀ, ਕੋਈ ਕਹਿੰਦਾ, ਆਪਾਂ ਕਹਿ ਦਿੰਦੇ ਹਾਂ ਬਈ ਮੈਨੂੰ ਨਹੀਂ ਪਤਾ ਕਿੰਨੇ ਸੀਗੇ। ਫਿਰ ਹੁਣ ਕੀ ਕਰੀਏ, ਆਪਣਾ ਸਾਰਾ ਕੰਮ ਰੁਕ ਗਿਆ। ਪਰ ਆਪਾਂ ਨੂੰ ਇਹ ਪਤਾ ਵੀ ਉਹ ਬੰਦੇ ਜਿੰਨੇ ਵੀ ਹੁਣ ਅਣਗਿਣਤ ਨਹੀਂ ਹੋ ਸਕਦੇ।
40 ਹੋਣਗੇ, 50 ਹੋਣਗੇ, 100 ਹੋਣਗੇ, 1000 ਹੋਣਗੇ, ਗਿਣਤੀ ਤਾਂ ਹੋ ਸਕਦੀ ਆ ਉਹਦੀ। ਸੋ ਐਨ ਮੰਨਣਾ ਮਤਲਬ ਉਹਨਾਂ ਬੰਦਿਆਂ ਦੀ ਗਿਣਤੀ ਨੂੰ ਐਨ ਮੰਨਣਾ ਮਤਲਬ ਫਾਈਨਾਈਟ ਆ, ਕੋਈ ਗੱਲ ਨਹੀਂ, ਕੋਈ ਵੱਡੀ ਸਮੱਸਿਆ ਨਹੀਂ ਹੈ, ਗਿਣੇ ਜਾ ਸਕਦੇ ਆ। ਸੋ ਐਨ ਤੱਕ ਬੰਦੇ ਆਪਾਂ ਰੱਖ ਲਏ। ਫਿਰ ਇਹ ਗਿਣਤੀ ਕਿੰਨੀ ਹੋ ਗਈ, ਦੇਖੋ ਪਹਿਲਾਂ 1 ਫਿਰ 2 ਫਿਰ n, ਇਹਦਾ ਮਤਲਬ ਕੁੱਲ ਕਿੰਨੇ ਬੰਦੇ ਹੋ ਗਏ n। ਸੋ ਨੀਚੇ ਵੀ ਇਹਨਾਂ ਨੇ n ਲਾਤਾ, ਤਾਂ ਕਰਕੇ ਆਹ ਜਿਹੜੀ ਨੋਟੇਸ਼ਨ ਆ ਇਹਨੂੰ ਅਰਥਮੈਟਿਕ ਮੀਨ ਕਹਿੰਦੇ ਆ। ਵੈਸੇ ਮੀਨ ਹੋਰ ਹੁੰਦਾ, ਅਰਥਮੈਟਿਕ ਮੀਨ ਹੋਰ ਹੁੰਦਾ, ਪਰ ਇੱਥੇ ਅਰਥਮੈਟਿਕ ਮੀਨ ਹੀ ਡਿਸਕਸ ਕਰਦੇ ਹਾਂ ਆਪਾਂ। ਮੀਨ ਕਹਿ ਦਿੰਦੇ ਹਾਂ ਇਹਨੂੰ। ਮੀਨ ਤਾਂ ਵੈਸੇ ਥੋੜ੍ਹਾ ਜਿਹਾ ਵਾਸਟ ਕੰਸੈਪਟ ਹੁੰਦਾ। ਚਲੋ ਮੀਨ ਵੀ ਕਹਿ ਸਕਦੇ ਹੋ ਤੁਸੀਂ, ਅਰਥਮੈਟਿਕ ਮੀਨ ਵੀ ਕਹਿ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ ਤੈਨੂੰ। ਮੀਨ ਆ ਜਿਹੜਾ, ਆਹ ਜਿਹੜੀ ਚੀਜ਼ ਆ, ਆਹ ਕੀ ਲਿਖਤੀ ਇਹਨੇ, ਬੱਚਿਆਂ ਨੂੰ ਇਸ ਚੀਜ਼ ਤੋਂ ਪ੍ਰੋਬਲਮ ਆਉਂਦੀ ਹੈ, ਜਿਹੜਾ ਆਹ ਸਮੇਸ਼ਨ ਜਾਂ ਪਾ ਕੇ ਲਿਖਤਾ ਰਾਜੇ, ਇਹਦਾ ਮਤਲਬ ਕੀ ਹੁੰਦਾ ਕਿ ਐਕਸ ਦੀਆਂ ਵੈਲਿਊਜ਼ ਦਾ ਜੋੜ, ਟੋਟਲ ਆਫ ਵੈਲਿਊਜ਼ ਆਫ ਐਕਸ ਦੀਆਂ ਜਿੰਨੀਆਂ ਵੀ ਵੈਲਿਊਜ਼ ਉਹਨਾਂ ਦਾ ਟੋਟਲ ਕਰ ਦਿਓ। ਆਹ ਜਿਹੜੀ ਚੀਜ਼ ਆ ਇਕੱਲਾ ਇਹਦਾ ਇਹ ਮਤਲਬ ਆ। ਅਤੇ 1/n ਦਾ ਮਤਲਬ 1/n ਤਾਂ ਇਹਦੇ ਮੂਹਰੇ ਵੀ ਲੱਗੀ ਆ। ਮਤਲਬ ਕੀ ਆ ਕਿ ਰਾਜੇ ਇੱਕ ਚੀਜ਼ ਯਾਦ ਰੱਖਿਓ, ਇਹਨੂੰ ਭਾਵੇਂ ਇਹ ਐਂ ਵੀ ਲਿਖ ਸਕਦਾ ਸੀ, ਆਹ n ਜੀ ਇੱਥੇ ਨਾ ਪਾਉਂਦਾ, ਐਂ ਲਿਖ ਦਿੰਦਾ ਇਹਨੂੰ ਡਿਵਾਈਡ ਕਰਕੇ, ਠੀਕ ਆ। ਇਹ ਚੀਜ਼ ਨਾ ਲਿਖਦਾ, ਇੱਥੇ ਇੱਦਾਂ ਹੀ ਵਟਾ ਜਿਹਾ ਪਾ ਕੇ ਨੀਚੇ n ਲਿਖ ਦਿੰਦਾ, ਤਾਂ ਇੱਕੋ ਹੀ ਗੱਲ ਸੀ। ਮੇਨ ਜਿਹੜੀ ਚੀਜ਼ ਤੁਸੀਂ ਸਮਝਣੀ ਆਹ ਸਮੇਸ਼ਨ ਆਫ ਐਕਸ ਦਾ ਮਤਲਬ ਕੀ ਹੁੰਦਾ, ਐਕਸ ਦੀਆਂ ਜਿੰਨੀਆਂ ਵੈਲਿਊ ਸਾਰਿਆਂ ਦਾ ਸਮ ਕਰ ਦਿਓ, ਇਹਦਾ ਮਤਲਬ ਇਹ ਹੁੰਦਾ। ਉਸ ਤੋਂ ਬਾਅਦ ਇਹਦੇ ਨਾਲ ਦੀ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿਖਾਉਣ ਲੱਗਾ, ਆ ਗਈ ਆਪਣੇ ਕੋਲੇ। ਇਹਦੇ 'ਚ ਦਿੱਤਾ ਕੀ ਆ, ਐਗਜ਼ਾਮਪਲ 1 'ਚ ਮਾਰਕਸ ਓਬਟੇਨਡ ਬਾਈ 9 ਸਟੂਡੈਂਟਸ ਇਨ ਸਟੈਟਿਸਟਿਕ ਆਰ ਗਿਵਨ ਬਿਲੋ। ਸਟੈਟਿਸਟਿਕ 'ਚ ਜਿਹੜੇ ਅਲੱਗ-ਅਲੱਗ ਸਟੂਡੈਂਟਸ ਆ 9, ਉਹਨਾਂ ਦੇ ਮਾਰਕਸ ਆ ਉਹ ਦਿੱਤੇ ਆ ਇਹਨਾਂ ਨੇ। ਸੋ ਸਭ ਤੋਂ ਪਹਿਲਾਂ ਕੀ ਆ 52, ਫਿਰ 75, 40, 70, ਆਹ ਸਾਰੇ ਆ ਗਏ ਹੈ ਨਾ। ਅਤੇ ਇੱਕ ਚੀਜ਼ ਸਭ ਤੋਂ ਮੇਨ ਆ ਜਿਹੜੀ ਨੋਟ ਕਰਨ ਵਾਲੀ, ਇਹਦੇ 'ਚ ਟੋਟਲ ਨਹੀਂ ਦਿੱਤਾ ਹੋਇਆ ਵੀ ਕਿੰਨੇ 'ਚੋਂ ਆ, ਹੈ ਨਾ। ਸੋ ਆਪਾਂ ਨੂੰ ਲੋੜ ਵੀ ਨਹੀਂ ਹੈ ਉਹਦੀ। ਆਪਾਂ ਤਾਂ ਬਸ ਆਪਾਂ ਨੂੰ ਪਤਾ ਵੀ ਕਲਾਸ ਦੇ ਸਟੂਡੈਂਟਸ ਨੇ ਨਾ ਆਹ ਜਿਹੜਾ ਇਹ ਕੰਮ ਕੀਤਾ, ਪੇਪਰ 'ਚ ਇੰਨੇ ਨੰਬਰ ਲੈ ਕੇ ਆਏ ਆ, ਆਪਾਂ ਐਵਰੇਜ ਕੱਢ ਦੇਣੀ ਆ ਉਹਦੀ। ਆਪਾਂ ਨੂੰ ਇਹ ਤੋਂ ਪਤਾ ਲੱਗੂਗਾ ਵੀ ਕਲਾਸ 'ਚ ਵਜ਼ਨ ਕਿੰਨਾ ਕਾ, ਕਲਾਸ 'ਚ ਕਿੰਨੀ ਕੁ ਪੜ੍ਹਨ ਵਾਲੀ ਆ। ਸੋ ਕਰਨਾ ਕੀ ਆ, ਆਹ ਦੇਖੋ ਉੱਪਰ ਸਭ ਤੋਂ ਪਹਿਲਾਂ ਸਮੇਸ਼ਨ ਆਫ ਐਕਸ, ਮਤਲਬ ਐਕਸ ਦੀਆਂ ਜਿੰਨੀਆਂ ਵੈਲਿਊ ਸਾਰੀਆਂ ਨੂੰ ਜੋੜ ਦਿਓ। ਇਹਨਾਂ ਨੇ ਜੋੜਤਾ, ਆਹ ਸਾਰੀਆਂ ਉੱਪਰ ਜੁੜੀਆਂ ਪਈਆਂ। ਡਿਵਾਈਡ ਕਿਹਦੇ ਨਾਲ ਕਰਨਾ, n ਨਾਲ। ਇੱਥੇ n ਕੀ ਆ, ਜਿੰਨੇ ਸਟੂਡੈਂਟ ਆ। ਇੱਥੇ ਆਪਾਂ ਨੂੰ n ਦੀ ਵੈਲਿਊ ਪਤਾ, ਉਹ ਕੀ ਆ 9। ਸੋ 9 ਨਾਲ ਡਿਵਾਈਡ ਕਰਤਾ। ਕੁੱਲ ਉੱਪਰ ਕੀ ਬਣ ਗਿਆ 468, ਥੱਲੇ ਕੀ ਬਣ ਗਿਆ 9। ਇਹਨੂੰ ਡਿਵਾਈਡ ਕੀਤਾ, ਕਿੰਨੇ ਬਣ ਗਏ 52 ਮਾਰਕਸ। ਹੁਣ ਇੱਕ ਚੀਜ਼ ਇੱਥੇ ਧਿਆਨ ਰੱਖਿਓ, ਸਭ ਤੋਂ ਪਹਿਲਾਂ ਤੁਹਾਨੂੰ ਉੱਥੇ ਕੈਲਕੂਲੇਟਰ ਨਹੀਂ ਮਿਲਣਾ, ਕੋਈ ਕੈਲਕੂਲੇਟਰ ਨਹੀਂ ਮਿਲਣਾ, ਤੁਸੀਂ ਹੱਥ ਨਾਲ ਕਰੋਗੇ ਇਹ ਕੁਐਸਚਨ। ਪ੍ਰੋਬਲਮ ਇਹ ਆਉਂਦੀ ਹੈ ਜਦੋਂ ਕੈਲਕੂਲੇਟਰ ਨਹੀਂ ਮਿਲਦਾ। ਪਹਿਲਾਂ ਤਾਂ ਤੁਹਾਡਾ ਨਾ ਜਿਹੜਾ ਕੰਮ ਆ ਇਹ ਬਹੁਤ ਸੌਖਾ, ਬੇਸਿਕ ਜਿਹਾ, ਪਰ ਤੁਹਾਡਾ ਜਿਹੜਾ ਮੈਥਮੈਟਿਕਸ ਕਹਿ ਲਓ ਕਿ ਕੈਲਕੂਲੇਸ਼ਨਸ, ਮੈਥਮੈਟਿਕਸ ਨਾ ਕਹੋ ਉਹਨੂੰ ਤਾਂ ਉਹ ਸ਼ਬਦ ਹੀ ਨਹੀਂ ਵਰਤਣਾ ਆਪਾਂ ਇੱਥੇ। ਕੈਲਕੂਲੇਸ਼ਨਸ ਆ ਜਿਹੜੀਆਂ ਬਹੁਤ ਕਮਜ਼ੋਰ ਹੁੰਦੀਆਂ। ਮੈਂ ਅੱਗੇ ਪਿਛਲੀ ਵਾਰ ਜਦੋਂ ਸਟੂਡੈਂਟਸ ਨੂੰ ਪੜ੍ਹਾਉਂਦਾ ਸੀ ਰਾਜੇ, ਮੈਂ ਉਹਨੂੰ ਕਿਹਾ 48 'ਚ 3 ਜੋੜੇ ਕਿੰਨੇ ਹੁੰਦੇ ਆ, ਉਹ ਕਹਿੰਦੀ 56। ਮਤਲਬ ਇੰਨੇ ਬ੍ਰਿਲੀਅੰਟ ਸਟੂਡੈਂਟ ਵੀ ਹੈਗੇ ਆਪਣੇ ਕੋਲ ਰਾਜੇ, ਡੇਲੀ ਲਾਈਫ 'ਚ ਚੂਜ਼ ਕਰਨਾ ਆਪਾਂ, ਹੈ ਨਾ। ਜੇ ਹੁਣ ਮੰਨ ਲਓ ਕਿ ਕੋਈ 3 ਰੁਪਈਏ ਨੂੰ ਤੁਸੀਂ ਕਹਿ ਲਓ ਕਿ 8 ਰੁਪਈਏ ਦਾ ਘਾਟਾ ਖਾ ਰਹੇ ਹੋ, 5 ਰੁਪਈਏ ਦਾ ਪਰ ਡੀਲ ਘਾਟਾ ਖਾਈ ਜਾਂਦੇ ਹੋ ਦਿਹਾੜੀ 'ਚ, ਹੈ ਨਾ। ਮਹੀਨੇ ਦਾ 150 ਹੋ ਗਿਆ, ਅਤੇ ਕਿੱਥੇ ਜਾਂਦਾ ਕੰਮ ਇਹ, ਹੈ ਨਾ। ਅਤੇ ਇਹਦਾ ਮਤਲਬ ਤੁਸੀਂ ਦੁਕਾਨ ਵੀ ਨਹੀਂ ਚਲਾ ਸਕਦੇ। ਸੋ ਇਹ ਬੇਸਿਕ ਕੈਲਕੂਲੇਸ਼ਨ ਆ ਜਿਹੜੀਆਂ ਡੇਲੀ ਲਾਈਫ 'ਚ ਕੰਮ ਆਉਂਦੀਆਂ ਹੁੰਦੀਆਂ। ਸੋ ਥੋੜ੍ਹਾ ਜਿਹਾ ਧਿਆਨ ਰੱਖਿਓ ਇਸ ਚੀਜ਼ ਦਾ, ਥੋੜ੍ਹੀ ਜਿਹੀ ਪ੍ਰੈਕਟਿਸ ਕਰ ਲਓ ਕੈਲਕੂਲੇਟਰ ਤੋਂ ਬਿਨਾਂ ਕਰਨ ਦੀ। 52 ਮਾਰਕ ਆ ਗਏ, ਇਹਦਾ ਮਤਲਬ ਕਲਾਸ ਆ ਨਾ ਜਿਹੜੀ ਇਹ ਠੀਕ ਠਾਕ ਜੀ ਹੈ। ਹਾਲਾਂਕਿ ਜੇ ਮੰਨ ਲਓ ਮੈਂ ਤੁਹਾਨੂੰ ਦੱਸਦਾ ਵੀ 100 'ਚੋਂ ਆ ਇਹ ਮਾਰਕਸ ਜਿਹੜੇ ਲਏ ਹੋਏ ਆ, ਤੁਹਾਨੂੰ ਲੱਗੂਗਾ ਵੀ ਠੀਕ ਆ, ਅੱਧ ਕੁ ਜੋਗੀ ਹੈਗੀ ਆ ਕਲਾਸ। ਜੇ ਮੈਂ ਇੱਥੇ ਕਹੂੰਗਾ ਵੀ ਇਹ 200 'ਚੋਂ ਆ, ਤੁਸੀਂ ਕਹੋਗੇ ਯਾਰ ਠੀਕ ਹੀ ਆ, ਨਲਾਇਕ ਵਾਲੇ ਪਾਸੇ ਜ਼ਿਆਦਾ ਹੋ ਗਈ। ਜੇ ਮੈਂ ਕਹਿੰਦਾ 1000 'ਚੋਂ ਆ ਇਹ ਸਾਰੇ ਮਾਰਕਸ, 1000 'ਚੋਂ 52, 1000 'ਚੋਂ 75, 1000 'ਚੋਂ 40, 1000 'ਚੋਂ 70, 1000 'ਚੋਂ 52 ਨੰਬਰ ਲਿਆ, ਮੈਂ ਕਹੂੰਗਾ ਕਲਾਸ ਮਹਾਂ ਨਲਾਇਕ ਆ। ਸਮਝਦੇ ਟੋਟਲ ਦੱਸਣਾ ਹੀ ਨਹੀਂ ਉਹਨੇ, ਲੋੜ ਵੀ ਨਹੀਂ, ਜਿੱਥੇ ਲੋੜ ਹੈਗੀ ਆਪੇ ਕੱਢ ਲੈਣਗੇ, ਆਪਾਂ ਕੀ ਲੈਣਾ, ਹੈ ਨਾ। ਚਲੋ ਅੱਗੇ ਚੱਲੀਏ ਆਪਣੇ ਕੋਲੇ। ਹਾਂ, ਸ਼ਾਰਟਕਟ ਮੈਥਡ ਰਾਜੇ, ਇਹ ਕਈ ਮੈਥਡ ਹੈਗੇ ਆ। ਸ਼ਾਰਟਕਟ ਇਹਨੂੰ ਕਿਹਾ ਕਿਉਂ ਜਾਂਦਾ, ਸਭ ਤੋਂ ਪਹਿਲਾਂ ਸ਼ਾਰਟਕਟ ਦਾ ਮਤਲਬ ਹੁੰਦਾ ਜਿਹੜੀ ਟਾਈਮ ਘੱਟ ਲੱਗੇ, ਹੈ ਨਾ।
ਬੱਚੇ ਕਈ ਵਾਰੀ ਕੀ ਕਰਦੇ ਆ, ਪੇਪਰ 'ਚ ਜਦੋਂ ਮੈਥੋਂ ਪੁੱਛਦੇ ਰਹਿੰਦੇ ਆ ਬਈ ਸਰ ਅਸੀਂ ਤਾਂ ਉਸ ਮੈਥਡ ਨਾਲ ਹੀ ਕੰਮ ਕਰਨਾ, ਪਰ ਇਸ ਦਾ ਕਿਸੇ ਕਾਰਨ ਕਰਕੇ ਨਾਮ ਸ਼ਾਰਟਕਟ ਰੱਖਿਆ ਗਿਆ। ਡਾਇਰੈਕਟ ਮੈਥਡ ਜਿਹੜਾ ਆਪਾਂ ਹੁਣ ਕਰ ਹਟੇ, ਸ਼ਾਰਟਕਟ ਮੈਥਡ ਕਿਸੇ ਕਾਰਨ ਕਰਕੇ ਰੱਖਿਆ ਗਿਆ। ਇਹ ਸੌਖਾ, ਕੈਲਕੂਲੇਸ਼ਨਸ ਸੌਖੀਆਂ ਰਹਿੰਦੀਆਂ, ਪਰ ਸੌਖਾ ਇਹ ਕਦੋਂ ਆ, ਇਹ ਵੀ ਇੱਕ ਕੁਐਸਚਨ ਆ। ਜਦੋਂ ਆਪਣੇ ਕੋਲੇ ਵੱਡੀਆਂ ਨੰਬਰ ਹੋਣ, 1000, 1534, ਫਿਰ 1362, ਇਹ ਜਿਹਾ ਜਦੋਂ ਕੁਐਸਚਨ ਆ ਗਿਆ ਉਦੋਂ ਤਾਂ ਆਪਾਂ ਸ਼ਾਰਟਕਟ ਚੂਜ਼ ਕਰਾਂਗੇ। ਜੇ ਗਿਣਤੀ ਇਹੋ ਜਿਹੀ ਹੋਵੇ 2, 3, 4, ਫਿਰ ਸ਼ਾਰਟਕਟ ਕਾਹਦਾ, ਛੋਟੇ ਦਾ ਨੰਬਰ ਆ, ਸਿੱਧਾ ਹੀ ਹੱਲ ਕਰੋ, ਖ਼ਤਮ ਕਰੋ। ਸੋ ਸ਼ਾਰਟਕਟ ਜਦੋਂ ਵੱਡੀਆਂ ਟਰਮਸ ਆ ਜਾਂਦੀਆਂ, ਵੱਡੀਆਂ ਟਰਮਸ ਨੂੰ ਹੈਂਡਲ ਕਿਵੇਂ ਕਰਦੇ ਆ ਇਹ, ਸਭ ਤੋਂ ਪਹਿਲਾਂ ਫਾਰਮੂਲਾ ਪੜ੍ਹ ਲਓ, ਫਿਰ ਮੈਂ ਤੁਹਾਨੂੰ ਦਿਖਾਉਣਾ ਕਿ ਕੀ ਇਹਦਾ ਹੱਲ ਕੀ ਹੁੰਦਾ। ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲੇ ਡੀ ਕੈਲਕੂਲੇਟ ਕਰਨਾ ਤੁਸੀਂ ਇੱਥੇ, ਆਹ ਵਾਲਾ ਡੀ ਕੀ ਆ, ਅਤੇ ਡੀ ਐਕਸ 'ਚ ਆ ਏ ਜਿਹੜਾ ਲਿਖਿਆ ਹੋਇਆ ਇਹ ਕੀ ਆ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਐਕਸ ਉਹੀ ਚੀਜ਼ ਨੂੰ ਰੀਪ੍ਰਜੈਂਟ ਕਰਦਾ, X1 ਹੋ ਸਕਦਾ, X2 ਹੋ ਸਕਦਾ, X3 ਹੋ ਸਕਦਾ। ਇੱਥੇ ਜਿਵੇਂ ਆ ਲਿਖਿਆ ਵੀ ਹੋਇਆ ਨਾ ਉੱਪਰ, ਆਹ ਵਾਲੀ ਚੀਜ਼ ਲਿਖੀ ਹੋਈ ਹੈ, ਕੱਲੀ ਇੰਨੀ ਪੜ੍ਹੋ। X 2 ਬਿੰਦੀਆਂ ਜੀਆਂ ਪਾ ਕੇ ਉਹਨੇ X1 X2, 2 ਬਿੰਦੀਆਂ ਦਾ ਕੀ ਮਤਲਬ ਆ ਵੀ X1 ਵੀ ਹੋ ਸਕਦੀ ਹੈ, X2 ਵੀ ਹੋ ਸਕਦੀ ਹੈ, XN ਵੀ ਹੋ ਸਕਦੀ ਹੈ। ਸੋ X ਦੀਆਂ ਵੈਲਿਊ ਇੱਥੇ ਭਰੀ ਜਾਣੀਆਂ ਆਪਾਂ, ਅਤੇ DX ਕੈਲਕੂਲੇਟ ਕਰੀ ਜਾਣਾ। ਜਿਵੇਂ ਸਭ ਤੋਂ ਪਹਿਲਾਂ ਮੰਨ ਲਓ X ਦੀ ਵੈਲਿਊ 1 2 3 ਹੈ। ਸਭ ਤੋਂ ਪਹਿਲਾਂ ਤੁਸੀਂ A ਹੈ ਜਿਹੜਾ, ਇਹ ਆਰਬਿਟਰੀ ਪੁਆਇੰਟ ਇਹਨੇ ਲਿਖਿਆ ਹੋਇਆ, ਪੜ੍ਹੋ ਧਿਆਨ ਨਾਲ। ਆਰਬਿਟਰੀ ਪੁਆਇੰਟ ਕਿਹੜਾ ਹੁੰਦਾ, ਜਿਹਦੀ ਜੋ ਮਰਜ਼ੀ ਵੈਲਿਊ ਤੁਸੀਂ ਦੇ ਸਕਦੇ ਹੋ। ਆਰਬਿਟਰੀ ਤੁਹਾਡੀ ਇੱਛਾ, ਤੁਹਾਡੀ ਮਰਜ਼ੀ ਆ, ਜਿਹੜਾ ਮਰਜ਼ੀ A ਚੂਜ਼ ਕਰ ਲਓ। ਮੈਂ ਇੱਥੇ ਚੂਜ਼ ਕਰੂੰਗਾ A, ਜਿਹੜਾ ਇਹਨਾਂ ਦੇ ਨੇੜੇ ਜੇ ਹੋਵੇ। ਆਪਣੀ ਸਹੂਲਤ ਨਾਲ ਆਪਾਂ ਚੁਣਨਾ, ਪਰ ਸਹੂਲਤ ਵਾਂਗੂ ਚੁਣੋ। ਜਿਵੇਂ ਮੈਂ ਇੱਥੇ ਚੁਣ ਲਿਆ 2.3 A ਹੈ ਨਾ। ਹੁਣ ਮੈਨੂੰ ਪਤਾ ਵੀ ਹਰੇਕ ਐਂਟਰੀ 'ਚ DX ਜਦੋਂ ਮੈਂ ਕੈਲਕੂਲੇਟ ਕਰੂੰਗਾ, ਪਹਿਲਾ DX ਕੀ ਆਊਗਾ, ਪਹਿਲੀ ਐਂਟਰੀ 'ਚੋਂ A ਘਟਾਇਆ, A ਕੀ ਆ 2.3, ਕੈਲਕੂਲੇਸ਼ਨ ਔਖੀ ਆ ਨਾ। ਫਿਰ ਓਬਵੀਅਸਲੀ ਇੱਥੇ ਜਿਹੜਾ ਹੈ ਤੁਹਾਨੂੰ ਪੁਆਇੰਟ ਨਹੀਂ ਚੁਣਨਾ ਚਾਹੀਦਾ ਸੀ, A ਨੂੰ 2 ਚੁਣ ਲੈਂਦੇ। ਕਿਉਂ ਪੁਆਇੰਟਾਂ ਨੂੰ ਵਿੱਚ ਲੈ ਆਏ, ਸਹੂਲਤ ਲੈਣੀ ਸੀ ਕਿ ਕੰਮ ਔਖਾ ਕਰਨਾ ਸੀ। ਸੋ A ਨੂੰ 2 ਚੁਣ ਲਿਆ। ਹੁਣ DX ਜਾਂ X ਦੀ ਜਗ੍ਹਾ 'ਤੇ ਵੀ ਪਹਿਲੀ ਵੈਲਿਊ ਰੱਖ ਲਓ, ਚਲੋ X ਹੀ ਲਿਖ ਲਓ, DX ਪਹਿਲੀ ਵੈਲਿਊ ਕੀ ਹੈ X ਦੀ 1, ਉਹਦੇ 'ਚੋਂ A ਘਟਾਤਾ 2, ਬਚਿਆ ਕੀ -1। ਸੋ ਪਹਿਲੀ ਵੈਲਿਊ ਆ ਗਈ -1। ਇੱਦਾਂ ਹੀ ਸਾਰੀਆਂ ਕੈਲਕੂਲੇਟ ਕਰਦੇ ਚੱਲੋ, ਕੀ ਆਊਗਾ। ਫਿਰ ਦੂਸਰੀ ਵੈਲਿਊ ਕੀ ਹੈ 2, ਇੱਥੇ ਕੀ ਆਊਗਾ -2, X ਦੀ ਜਗ੍ਹਾ 'ਤੇ 2, A ਦੀ ਜਗ੍ਹਾ 'ਤੇ ਵੀ 2 ਹੈ ਨਾ। ਆਨਸਰ ਇਜ਼ 0। ਸੋ ਪਹਿਲੀ ਵੈਲਿਊ ਕੀ ਸੀਗੀ -1, ਦੂਸਰੀ ਵੈਲਿਊ ਕੀ ਆ ਗਈ 0। ਫਿਰ ਅੱਗੇ ਕੀ ਆਊਗਾ, ਇੱਥੇ 3, ਇੱਥੇ 2, ਕੀ ਆ ਗਿਆ ਆਨਸਰ 1। ਸੋ 3 ਵੈਲਿਊਜ਼ ਇੱਥੇ ਆਪਣੇ ਕੋਲ ਆ ਗਈਆਂ DX ਦੀਆਂ। ਪਹਿਲੀ ਵੈਲਿਊ ਕਿਹੜੀ ਆਈ ਹੋਈ ਹੈ -1, ਫਿਰ 0, ਫਿਰ 3 ਚੋਂ ਘਟਾਇਆ 1। ਇਹ ਕਹਿੰਦਾ ਜਿਹੜੀਆਂ ਵੈਲਿਊਜ਼ ਆ ਜਾਇਆ ਕਰਨਗੀਆਂ ਨਾ ਤੁਹਾਡੇ ਕੋਲ, ਉਹਨਾਂ ਨੂੰ ਤੁਸੀਂ ਜੋੜਨਾ। ਹੁਣ ਜਾਣੀ ਕਿ ਪਹਿਲਾਂ ਤਾਂ X ਦੀਆਂ ਸਿੱਧੀਆਂ ਵੈਲਿਊਜ਼ ਜੋੜ ਲੈਂਦੇ ਸੀ, ਕਹਿੰਦਾ ਹੁਣ X ਨੂੰ ਨਹੀਂ ਸਿੱਧਾ ਜੋੜਨਾ, ਉਹਦੀਆਂ ਜਿਹੜੀਆਂ ਐਂਟਰੀਆਂ ਨਾ ਉਹਦੇ 'ਚੋਂ ਕੁਛ ਘਟਾ ਕੇ ਜੋੜੋ। ਹੁਣ ਦੇਖੋ ਇਹ ਚੀਜ਼ ਕੰਮ ਕਦੋਂ ਆਉਂਦੀ ਆ, ਜੇ ਮੰਨ ਲਓ ਇੱਥੇ ਹੁੰਦਾ 1400, ਇਹਦੇ 'ਚੋਂ ਤੁਸੀਂ ਘਟਾ ਦਿੰਦੇ A, ਤੁਸੀਂ ਇੱਥੇ ਹੈਗਾ 1400, 1401, 1402 X ਦੀਆਂ ਆਹ ਵੈਲਿਊਜ਼ ਜੇ ਹੁੰਦੀਆਂ, ਇਹਦੇ 'ਚੋਂ A ਤੁਸੀਂ ਆਪਣੀ ਮਰਜ਼ੀ ਨਾਲ ਚੁਣਨਾ। ਮੈਂ ਇੱਥੇ ਪਤਾ ਕਿਹੜਾ ਚੁਣਨਾ ਸੀ, A ਮੈਂ ਚੁਣਨਾ ਸੀ 1400। ਪਹਿਲੀ ਐਂਟਰੀ 'ਚ 1400 ਘਟਾਇਆ ਕੀ ਬਣਨੀ ਸੀ ਉਹ 0। ਦੂਜੀ ਐਂਟਰੀ 'ਚ 1400 ਘਟਾਇਆ ਕੀ ਬਣਨਾ ਸੀ 1। ਇਹਦੇ 'ਚ 1400 ਘਟਾਇਆ ਕੀ ਬਣਨਾ ਸੀ 2। ਹੁਣ ਇਹਨਾਂ ਦਾ ਸਮ ਕਰਨਾ ਸੌਖਾ ਕਿ ਇਹਨਾਂ ਦਾ ਸਮ ਕਰਨਾ ਸੌਖਾ, ਕਿਉਂਕਿ ਜਿਹੜਾ ਡਾਇਰੈਕਟ ਮੈਥਡ ਆ ਉਹ ਤਾਂ ਕਹਿੰਦਾ ਸੀ ਇਹ ਵੱਡੀਆਂ ਐਂਟਰੀਆਂ ਆ ਗਈਆਂ ਭਾਵੇਂ ਛੋਟੀਆਂ ਆ ਗਈਆਂ ਉਹਦਾ ਸਮ ਕਰੋ ਜਿਵੇਂ ਮਰਜ਼ੀ ਕਰੋ। ਪਰ ਜਿਹੜੀਆਂ ਆਹ ਸ਼ਾਰਟਕਟ ਮੈਥਡ ਆ ਇਹ ਕਹਿੰਦਾ ਜਿਹੜਾ ਮਰਜ਼ੀ ਇੱਕ ਨੰਬਰ ਘਟਾ ਲਓ, ਉਦੋਂ ਬਾਅਦ ਘਟਾ ਕੇ ਉਹਨੂੰ ਜੋੜ ਲਓ। ਇਹ ਸੌਖਾ
ਘਟਾ ਦਿੰਨੇ ਆਪਾਂ 1400 ਚੋਂ 1400, ਸਾਰੀਆਂ ਚੋਂ 1400 ਘਟਾਤਾ, ਆਪਣੇ ਕੋਲ ਐਂਟਰੀਆਂ ਛੋਟੀਆਂ ਰਹਿ ਗਈਆਂ। ਫਿਰ ਕੀ ਹੈ ਕਹਿੰਦਾ dx ਨੂੰ ਜੋੜ ਲਿਆ, ਸਾਰੀਆਂ dx ਦੀਆਂ ਜੋ ਵੈਲਿਊ ਬਣ ਗਈਆਂ ਉਹਨੂੰ n ਨਾਲ ਡਿਵਾਈਡ ਕਰ ਦਿਓ। ਜਿਵੇਂ ਆ ਥੱਲੇ ਦੇਖੋ ਆ ਨੀਚੇ n ਵੀ ਲਾਇਆ ਹੋਇਆ, 1/n ਨਾਲ ਪ੍ਰੋਡਕਟ ਕਰਨਾ, ਦੈਟ ਮੀਨਸ n ਨਾਲ ਡਿਵਾਈਡ ਕਰਨਾ। ਠੀਕ ਆ, ਜੇ ਕੋਈ ਕਹਿੰਦਾ ਕਿ 2 ਨੂੰ 1/3 ਨਾਲ ਪ੍ਰੋਡਕਟ ਕਰੋ, ਇਹ ਕੀ ਬਣ ਜੂਗਾ, 2/3 ਬਣ ਜੂਗਾ। ਅਤੇ ਇਹ ਉਹੀ ਗੱਲ ਹੋ ਗਈ ਨਾ ਵੀ 2 ਨੂੰ 3 ਨਾਲ ਡਿਵਾਈਡ ਕਰਤਾ, ਯਾਨੀ ਕਿ 1/n ਨਾਲ ਪ੍ਰੋਡਕਟ ਕਰਨਾ ਜਾਂ n ਨਾਲ ਡਿਵਾਈਡ ਕਰਨਾ ਸੇਮ ਚੀਜ਼ ਹੁੰਦੀ ਹੈ। ਸੋ ਇੱਥੇ ਇਹਨਾਂ ਨੇ ਕੀ ਕੀਤਾ, dx ਨੂੰ n ਨਾਲ ਡਿਵਾਈਡ ਕਰਤਾ। ਪਰ ਇੱਥੇ ਪ੍ਰੋਬਲਮ ਹੱਲ ਨਹੀਂ ਹੋਈ। ਇਹ ਕਹਿੰਦੇ ਜੇ ਤੁਸੀਂ ਮੀਨ ਕੱਢਣਾ ਨਾ, ਮੀਨ ਨੂੰ ਸਭ ਤੋਂ ਪਹਿਲਾਂ ਆਪਾਂ ਐਂ ਲਿਖਿਆ ਕਰਾਂਗੇ, x ਦੇ ਉੱਪਰ ਬਾਰ ਪਾ ਦਿਆ ਕਰਾਂਗੇ। ਇਹ ਕਹਿੰਦਾ ਮੀਨ ਆਏ ਨਹੀਂ ਨਿਕਲਦਾ। ਮੀਨ 'ਚ ਜਦੋਂ ਕੱਢਣ ਵੇਲੇ ਆਹ ਨੰਬਰ ਤਾਂ ਕੈਲਕੂਲੇਟ ਤੁਸੀਂ ਕਰ ਲੈਣਾ, ਪਰ ਬਾਅਦ 'ਚ ਇੱਥੇ a ਜੋੜਨਾ ਪੈਣਾ। ਆਹ ਦੇਖੋ a ਆ ਜਿਹੜਾ ਇੱਥੇ ਜੁੜਿਆ ਹੋਇਆ। ਕਹਿੰਦਾ ਕੱਲੀ ਕੱਲੀ ਐਂਟਰੀ 'ਚੋਂ ਘਟਾ ਕੇ dx ਕੱਢ ਲਓ, dx ਨੂੰ ਜੋੜ ਲਓ, n ਨਾਲ ਡਿਵਾਈਡ ਕਰ ਲਓ। ਪਿਛਲਾ ਮੀਨ ਤਾਂ ਦੇਖੋ ਆਹ ਫਾਰਮੂਲਾ ਸੀ ਨਾ ਪਿਛਲੇ ਮੀਨ ਦਾ, ਇਹੀ ਸੀ ਨਾ, x ਦੀਆਂ ਆਈਟਮਾਂ ਨੂੰ ਜੋੜੋ, n ਨਾਲ ਡਿਵਾਈਡ ਕਰੋ, ਖ਼ਤਮ ਹੋ ਗਿਆ। ਪਰ ਇੱਥੇ ਵੀ ਕਹਿੰਦਾ ਸੇਮ ਹੀ ਆ, dx ਨੂੰ ਜੋੜੋ, n ਨਾਲ ਡਿਵਾਈਡ ਕਰੋ, ਪਰ ਖ਼ਤਮ ਨਹੀਂ ਹੋਣਾ। ਕਹਿੰਦਾ ਤੁਸੀਂ a ਨਾਲ ਜੋੜੋਗੇ। a ਕਿਹੜਾ ਹੋਣਾ ਚਾਹੀਦਾ, ਜਿਹੜਾ ਤੁਸੀਂ ਚੁਣਿਆ ਸ਼ੁਰੂ 'ਚ। ਜੇ ਤੁਸੀਂ 1400 ਚੁਣਿਆ ਤਾਂ 1400 ਜੋੜ ਦਿਓ, 1500 ਚੁਣਿਆ 1500 ਜੋੜ ਦਿਓ। ਹੁਣ ਇਹਦੇ ਵਰਗਾ ਇੱਕ ਕੁਐਸਚਨ ਤੁਹਾਨੂੰ ਮੈਂ ਦਿਖਾਉਣ ਲੱਗਾ ਸ਼ਾਰਟਕਟ ਮੈਥਡ ਦਾ। ਡੇਟਾ ਦੇਖੋ ਪਹਿਲਾਂ ਕਿਹੜਾ ਦਿੱਤਾ ਹੋਇਆ, ਉਹੀ ਸੇਮ ਡੇਟਾ। ਆਹ ਦੇਖੋ ਸਟੂਡੈਂਟਸ ਦੇ ਮਾਰਕਸ ਹੀ ਹੈ 52, 75, 40, 70, 43, 40 ਆਹ ਹੈ। ਪਰ ਇਹ ਕਹਿੰਦਾ ਵੀ ਐਂਟਰੀਆਂ ਵੱਡੀਆਂ, ਇਹਨਾਂ ਨੂੰ ਛੋਟੀਆਂ ਕਰੀਏ। ਛੋਟੀਆਂ ਕਰਨ ਵਾਸਤੇ ਇਹਨੇ A ਚੁਣਿਆ। A ਕੀ ਚੁਣਿਆ, 50। ਆਹ ਦੇਖੋ ਇਹਨੇ ਲਿਖਿਆ ਹੋਇਆ ਅਜ਼ਿਊਮਡ ਮੀਨ ਕਹਿੰਦੇ ਆ A ਨੂੰ। ਆਹ ਦੇਖੋ ਅਜ਼ਿਊਮਡ ਮੀਨ। ਡੈਵੀਏਸ਼ਨ ਮਤਲਬ ਘਟਾਉਣਾ। ਡੈਵੀਏਸ਼ਨ ਦਾ ਮਤਲਬ ਕੀ ਹੁੰਦਾ, ਘਟਾਉਣਾ। ਡੈਵੀਏਸ਼ਨ ਫਰੋਮ ਅਜ਼ਿਊਮਡ ਮੀਨ ਮਤਲਬ ਅਜ਼ਿਊਮਡ ਮੀਨ ਦੀ ਹੈਲਪ ਨਾਲ ਜਿਹੜਾ ਘਟਾ ਕੇ ਨੰਬਰ ਆਏ ਆ ਉਹ ਕੀ ਆ। ਫਾਰਮੂਲਾ ਕੀ ਆ, dx = x - a। dx ਮਤਲਬ x - a, ਮਤਲਬ x ਦੀ ਜਗ੍ਹਾ 'ਤੇ ਹੁਣ ਤੁਸੀਂ ਵੈਲਿਊਜ਼ ਆਹ ਦੇਖੋ 52 ਚੋਂ 50 ਘਟਾਤੇ, ਕੀ ਬਣਿਆ 2। 75 ਚੋਂ 50 ਘਟਾਏ 25, 40 ਚੋਂ 50 ਘਟਾਏ -10। ਇਹ ਯਾਦ ਰੱਖਿਓ, ਜਦੋਂ ਛੋਟੀ ਚੀਜ਼ 'ਚੋਂ ਵੱਡੀ ਘਟਾਈ ਦੀ ਹੈ ਤਾਂ ਨੈਗੇਟਿਵ ਦਾ ਸਾਈਨ ਮੂਹਰੇ ਆ ਜਾਂਦਾ, ਬਾਕੀ ਕੋਈ ਸੇਮ ਚੀਜ਼ ਹੀ ਹੁੰਦੀ ਹੈ। 50 ਚੋਂ 40 ਘਟਾਉਂਦੇ ਤਾਂ 10 ਹੋਣਾ ਸੀ, ਸੋ 40 ਚੋਂ 50 ਘਟਾਉਂਗੇ ਤਾਂ -10। 17 ਚੋਂ 50 ਘਟਾਏ 20। 43 ਚੋਂ 50 ਘਟਾਏ ਤਾਂ -7। ਇੱਦਾਂ ਸਾਰੀਆਂ ਐਂਟਰੀਆਂ ਘਟਾ ਲਈਆਂ। ਆਹ ਜਿਹੜੀ ਬਣ ਰਹੀ ਆ ਨਾ, ਇਹ ਕੀ ਬਣ ਰਹੀ ਆ, dx। dx ਮਤਲਬ d ਦੀਆਂ ਐਂਟਰੀਆਂ। ਇਹਨਾਂ ਦਾ ਕੀ ਕਰਨਾ ਆਪਾਂ ਹੁੰਦਾ, ਜੋੜ ਕਰਨਾ ਹੁੰਦਾ। ਸੋ ਆਹ ਦੇਖੋ ਨੀਚੇ ਇਹਨੇ ਕੀ ਕੀਤਾ, ਇਹਨੇ ਸਾਰੀਆਂ ਐਂਟਰੀਆਂ ਦਾ ਜੋੜ ਕਰਤਾ। ਆਹ ਜਿਹੜਾ ਮੂਹਰੇ ਆ ਨਾ, ਤੁਸੀਂ ਕਹੋਗੇ ਆਹ 62 ਕੀ ਆ, ਇਹ ਟੋਟਲ ਕਰਨ ਦਾ ਤਰੀਕਾ। ਇਹਨੇ ਪੋਜ਼ੀਟਿਵ ਵਾਲੀਆਂ ਜੋੜੀਆਂ, ਉਹਨਾਂ ਦਾ 62 ਬਣ ਗਿਆ। ਨੈਗੇਟਿਵ ਵਾਲੀਆਂ ਜੋੜੀਆਂ, ਉਹਨਾਂ ਦਾ 44 ਬਣ ਗਿਆ। ਠੀਕ ਆ, ਸੋ ਨੈਗੇਟਿਵ ਵਾਲੀਆਂ ਮੂਹਰੇ ਨੈਗੇਟਿਵ ਹੀ ਲਾ ਕੇ ਘਟਾਤਾ। ਤੁਸੀਂ ਇਹਨੂੰ ਜਿਵੇਂ ਮਰਜ਼ੀ ਕਰ ਸਕਦੇ ਹੋ। ਜੇ ਤੁਹਾਨੂੰ ਇਹ ਵੈਸੇ ਹੀ ਕਲੀਅਰ ਆ ਕੰਮ ਤਾਂ ਉਵੇਂ ਕਰ ਲਿਓ। ਆਹ ਦੇਖੋ ਮੈਂ ਕਰਕੇ ਵੀ ਦਿਖਾਉਣਾ। 25 ਤੇ 2 27, 27 ਤੇ 20 47, 15 ਤੇ 47 62। ਨੈਗੇਟਿਵ ਵਾਲੀਆਂ ਐਂਟਰੀਆਂ ਜਿੰਨੀਆਂ ਨੂੰ ਵੀ ਜੋੜਦੇ ਹੋ ਮੂਹਰੇ ਨੈਗੇਟਿਵ ਆਉਂਦਾ ਹੁੰਦਾ। ਜਿਵੇਂ -2 ਤੇ -3 ਨੂੰ ਜੋੜੋਗੇ ਤਾਂ -5 ਵੀ ਆਉਣਾ ਹੁੰਦਾ। ਸੋ ਸਾਰੀਆਂ ਨੈਗੇਟਿਵ ਵਾਲੀਆਂ ਨੂੰ ਹੁਣ ਜੋੜੋ। 62 ਤਾਂ ਆ ਗਿਆ ਸੀ। ਨੈਗੇਟਿਵ ਵਾਲੀਆਂ ਨੂੰ ਜਦੋਂ ਜੋੜੋਗੇ ਕੀ ਆਊਗਾ, -10 ਤੇ -7 -17, -17 ਤੇ -10 -27, -27 ਤੇ -15 -42, -2 ਵਿੱਚ ਜੋੜੋਗੇ ਤਾਂ -44। ਸੋ ਇਹ ਉੱਕਾ ਪੁੱਕਾ ਆਨਸਰ ਆਪਣਾ ਕਿੰਨਾ ਬਣ ਗਿਆ, 18 ਬਣ ਗਿਆ। ਸੋ dx ਦੀਆਂ ਐਂਟਰੀਆਂ ਨੂੰ ਜੋੜਿਆ, ਆਪਣੇ ਕੋਲ 18 ਬਣ ਚੁੱਕਿਆ। ਪਰ ਹੁਣ ਕੀ ਕਰਨਾ, dx ਨੂੰ ਡਿਵਾਈਡ ਕਰਨਾ ਕਿਹਦੇ ਨਾਲ, ਇਹਨਾਂ ਦੀ ਗਿਣਤੀ ਨਾਲ। n ਕੀ ਹੈ ਇੱਥੇ, 9 ਸੀਗੀ, 9 ਆ ਨਾ, 1 2 3 4 5 6 7 8 9, 9 ਨਾਲ ਡਿਵਾਈਡ ਕਰ ਦਿਓ dx ਨੂੰ। ਸੋ ਇਹਨੇ ਡਿਵਾਈਡ ਕਰਤਾ। ਆਹ ਦੇਖੋ ਡਿਵਾਈਡ ਕੀਤਾ ਹੋਇਆ ਇੱਥੇ
dx ਨੂੰ 9 ਆ ਦੇਖੋ dx ਕੀ ਸੀਗਾ 18 ਉਹਨੂੰ ਡਿਵਾਈਡ ਕੀਤਾ 9 ਨਾਲ ਕੀ ਬਣੂਗਾ ਇਹ ਇਹਦੇ ਵੱਲ ਨਾ ਦੇਖੋ ਹਜੇ a ਵੱਲ ਨਾ ਦੇਖੋ 50 ਵੱਲ ਨਾ ਦੇਖੋ ਕਿਉਂਕਿ a 50 ਲਿਆ ਸੀ ਨਾ ਆਪਾਂ ਉਹਦੇ ਵੱਲ ਨਾ ਦੇਖੋ 18/9 ਕਿੰਨਾ ਆ ਗਿਆ 2 ਤਾਂ ਆਉਣਾ ਹੀ ਸੀ ਸੋ ਇਹ ਕੈਲਕੂਲੇਟ ਹੋ ਗਿਆ ਪਰ ਮੂਹਰੇ ਕੀ ਆ ਹੁਣ a ਜੋੜਿਆ ਹੋਇਆ ਸੋ 50 ਤੇ 2 52 ਦੇਖੋ ਇਹ ਸੇਮ ਆਇਆ ਆਨਸਰ ਜਿਹੜਾ ਆਪਣਾ ਉੱਪਰ ਆਨਸਰ ਆਇਆ ਸੀ ਸੋ ਇਹ ਸ਼ਾਰਟਕਟ ਮੈਥਡ ਹੋ ਗਿਆ ਠੀਕ ਆ ਇਹ ਮੈਂ ਇਹਦੇ ਕੋਲ ਭੇਜ ਦੂੰਗਾ ਅੱਜ ਹੀ PDF ਵੀ ਇਹ ਵਿੱਚ ਹੀ ਉਸ ਤੋਂ ਬਾਅਦ ਜਿਹੜਾ ਹੈ ਆਹ ਕੁਐਸਚਨ ਆ ਜਿਹੜਾ ਤੁਸੀਂ ਆਪ ਟਰਾਈ ਕਰ ਲਿਓ ਠੀਕ ਆ ਐਗਜ਼ਾਮਪਲ 3 ਦੇਖੋ ਜਿਵੇਂ ਆਪਣੇ ਕੋਲੇ ਆ ਗਿਆ ਕੁਐਸਚਨ ਆ ਇਹਦੇ 'ਚ ਫ੍ਰੀਕੁਐਂਸੀ ਦਿੱਤੀ ਹੋਈ ਆ ਰਾਜੇ ਇਹਦਾ ਮਤਲਬ ਕੀ ਆ ਫ੍ਰੀਕੁਐਂਸੀ ਇੱਥੋਂ ਤੁਹਾਨੂੰ ਹੋਰ ਵੀ ਕਲੀਅਰ ਹੋਊਗਾ ਫ੍ਰੀਕੁਐਂਸੀ ਦਾ ਅਸਲ ਮੀਨਿੰਗ ਜਿਹੜਾ ਹੈ ਉਹ ਕੀ ਹੁੰਦਾ ਇਹਨੂੰ ਮੈਨੂੰ ਥੋੜ੍ਹਾ ਜਿਹਾ ਉੱਪਰ ਐਗਜ਼ਾਮਪਲ ਦੇ ਕੇ ਕਰਾਉਣਾ ਪੈਣਾ ਇੱਥੇ ਦੇਖੋ ਜਿਵੇਂ ਮੰਨ ਲਓ ਤੁਹਾਡੇ ਕੋਲੇ ਸਟੂਡੈਂਟਸ ਆ 10 ਚੋਂ ਨੰਬਰ ਲੈਣੇ ਆ ਉਹਨਾਂ ਨੇ ਟੋਟਲ 10 ਆ 10 ਚੋਂ ਮੰਨ ਲਓ ਸਟੂਡੈਂਟ ਹੈਗੇ ਆ 8 ਸਟੂਡੈਂਟ ਆ 8 ਲਈਏ ਹਾਂ ਪਹਿਲੇ ਦੇ 2 ਨੰਬਰ ਆਏ ਆ ਦੂਜੇ ਦੇ ਵੀ 2 ਤੇ ਤੀਜੇ ਦੇ ਵੀ 2 ਫਿਰ ਉਦੋਂ ਗਾਂ ਵਾਲਿਆਂ ਦੇ 5 ਆਏ ਆ ਦੋਵਾਂ ਦੇ 5 ਹੋ ਗਏ ਸਟੂਡੈਂਟ ਫਿਰ ਆਏ ਇੱਕ ਦੇ 6 ਇੱਕ ਦੇ ਆਏ ਆ 8 ਕਿੰਨੇ ਹੋ ਗਏ 3 ਸਟੂਡੈਂਟ ਕਿੰਨੇ ਹੋ ਗਏ 3 2 5 6 ਤੇ 1 7 ਤੇ ਇੱਕ ਦੇ ਆਏ ਆ 10 ਚੋਂ ਹੁਣ ਮੈਨੂੰ ਇੱਕ ਗੱਲ ਦੱਸੋ ਤੁਸੀਂ ਜੇ ਇਹਦਾ ਮੀਨ ਕੱਢਣਾ ਤੇ ਕਿਵੇਂ ਕੱਢੋਗੇ ਤੁਸੀਂ ਕਹੋਗੇ ਸਰ ਸਿੱਧਾ ਪਲੱਸ ਕਰ ਦਿਓ ਦੇਖੋ ਇੱਥੇ ਤੁਸੀਂ ਪਲੱਸ ਕੀਤਾ ਮੈਂ ਕਹਿੰਦਾ ਇਹ ਪਲੱਸ ਨੂੰ ਥੋੜ੍ਹਾ ਜਿਹਾ ਸੋਧ ਕੇ ਲਿਖੋ ਕਿਵੇਂ ਆਹ ਜਿਹੜਾ ਸਮ ਆ ਇਹ ਕਿੰਨਾ ਬਣਦਾ ਦੂਏ ਵਾਲੇ ਸਟੂਡੈਂਟ ਆ ਜਿਨ੍ਹਾਂ ਦੇ 2 ਨੰਬਰ ਆ ਸਮ ਕਿੰਨਾ ਬਣਦਾ 6 ਤੇ ਇਹਨੂੰ ਮੈਂ ਐਂ ਲਿਖ ਸਕਦਾ 3 ਗੁਣਾ 2 3 ਦੂਣੀ 6 ਹੀ ਹੁੰਦਾ ਨਾ ਇਹ 3 ਨੰਬਰ ਆ ਜਿਹੜਾ ਇਹ ਕੀ ਆ ਕਿੱਥੋਂ ਆਇਆ ਆਹ ਦੇਖੋ 1 2 3 ਇਹ ਤਾਂ 3 2 ਮੂਹਰੇ ਲਾਇਆ 2 ਕੀ ਆ ਮਾਰਕਸ ਫਿਰ ਅੱਗੇ ਚੱਲੋ 5 ਤੇ 5 10 ਹੁੰਦਾ ਕਿੰਨੀ ਵਾਰ 5 ਆਇਆ ਤੁਸੀਂ ਕਹੋਗੇ ਸਰ 2 ਵਾਰੀ ਆਇਆ ਕੀ ਆ 5 ਸੋ 5 ਦੂਣੀ 10 ਹੁੰਦਾ ਸਮਝਦੇ ਹੋ ਸੇਮ ਹੀ ਚੀਜ਼ ਕਰੀ ਜਾ ਰਿਹਾ ਨਾ ਮੈਂ ਕੱਲਾ ਜਿਹੜਾ 6 ਉਹਨੂੰ 1 ਨਾਲ ਗੁਣਾ ਕਰ ਲਓ ਕਿਉਂਕਿ 6 ਇੱਕ ਵਾਰੀ ਆਇਆ 8 ਨੂੰ ਵੀ ਇੱਕ ਵਾਰੀ ਗੁਣਾ ਕਰ ਲਓ ਤੇ 10 ਨੂੰ ਵੀ ਇੱਕ ਵਾਰੀ ਗੁਣਾ ਕਰ ਲਓ ਦੇਖੋ ਮੈਨੂੰ ਇੱਕ ਗੱਲ ਸੋਚ ਕੇ ਦੱਸੋ ਵੀ ਇਹ ਟੋਟਲ ਸੇਮ ਹੋਊਗਾ ਕਿ ਨਹੀਂ ਹੋਊਗਾ 100% ਸੇਮ ਹੋਊਗਾ ਮੈਂ ਫੇਰ ਦੱਸ ਦਿੰਦਾ ਆਹ ਦੂਆ 3 ਵਾਰੀ ਆਇਆ ਸੀ ਮੂਹਰੇ ਇਸ ਕਰਕੇ ਮੂਹਰੇ ਮੈਂ 3 ਲਾਇਆ ਦੂਏ ਦੇ 5 ਆ ਜਿਹੜਾ 2 ਵਾਰੀ ਆਇਆ ਸੀ ਸੋ 5 ਦੇ ਮੂਹਰੇ 2 ਲਾਤਾ ਦੇਖੋ ਸਮ ਕਿੰਨਾ ਬਣਦਾ 5 5 10 2 5 10 ਆ 3 ਵਾਰ 2 ਜੋੜਿਆ 6 3 ਦੂਣੀ 6 ਇਹ ਆਈ ਜਾਂਦਾ ਪ੍ਰੋਡਕਟ ਨਾਲ ਵੀ ਜਿਹੜਾ ਇੱਕ ਵਾਰ ਆਇਆ ਉਹਦੇ ਮੂਹਰੇ 1 ਲਾ ਦਿਓ ਸੋ ਇੰਨਾ ਡਾਟਾ ਲਿਖਣ ਦੀ ਲੋੜ ਨਹੀਂ ਜੇ ਮੈਂ ਤੁਹਾਨੂੰ ਕਹਿੰਦਾ ਵੀ 2 ਨੰਬਰ ਵਾਲੇ ਸਟੂਡੈਂਟ 5 ਨੰਬਰ ਵਾਲੇ ਸਟੂਡੈਂਟ 6 ਵਾਲੇ 8 ਵਾਲੇ 10 ਵਾਲੇ ਜੇ ਤੁਹਾਨੂੰ ਡਾਟਾ ਮੈਂ ਐਂ ਦਿੰਦਾ ਇੱਥੇ F ਪਾਤੀ F ਦਾ ਮਤਲਬ 2 ਨੰਬਰ ਵਾਲੇ ਸਟੂਡੈਂਟ ਕਿੰਨੇ ਆ 3 5 ਵਾਲੇ ਸਟੂਡੈਂਟ ਕਿੰਨੇ ਆ 2 6 ਵਾਲੇ 1 8 ਵਾਲਾ 1 10 ਵਾਲਾ 1 ਇਹਦਾ ਮੀਨ ਕੱਢੋ ਤੁਸੀਂ ਕਹੋਗੇ ਸਰ ਅਸੀਂ ਖੋਲ ਕੇ ਨਹੀਂ ਲਿਖਣਾ ਵੀ ਦੂਏ ਨੂੰ ਅਸੀਂ 3 ਵਾਰੀ ਜੋੜਾਂਗੇ ਅਸੀਂ ਇਹਨਾਂ ਦੋਹਾਂ ਦੀ ਪ੍ਰੋਡਕਟ ਕਰਾਂਗੇ 3 ਗੁਣਾ 2 ਫਿਰ ਜੋੜ ਪਾ ਕੇ 5 ਤੇ 2 ਦੀ ਕਰਾਂਗੇ ਫਿਰ 1 ਤੇ 6 ਨੂੰ 1 ਤੇ 8 ਨੂੰ ਫਿਰ 1 ਤੇ 10 ਨੂੰ ਅਤੇ ਮੈਂ ਕਹੂੰਗਾ ਠੀਕ ਆ ਕਰ ਲਓ ਪਰ ਥੱਲੇ ਡਿਵਾਈਡ ਕਿਹਦੇ ਨਾਲ ਕਰਨਾ ਤੁਸੀਂ ਕਹੋਗੇ ਉਹੋ ਹੀ ਗਿਣਤੀ ਸਟੂਡੈਂਟ ਦੀ ਕੁੱਲ ਕਰ ਲਾਂਗੇ ਕਿੰਨੀ ਆ ਕਿਵੇਂ ਗਿਣਤੀ ਕਰਨੀ ਆ ਹੁਣ ਸਟੂਡੈਂਟ ਦੀ ਦੇਖੋ 3 ਸਟੂਡੈਂਟ ਆ ਹੋ ਗਏ ਜਿਨ੍ਹਾਂ ਦੇ 2 ਨੰਬਰ ਆਏ ਆ 2 ਸਟੂਡੈਂਟ ਆ ਹੋ ਗਏ ਜਿਨ੍ਹਾਂ ਦੇ 5 ਨੰਬਰ ਆਏ ਆ ਕੁੱਲ ਕਿੰਨੇ ਸਟੂਡੈਂਟ ਹੋ ਗਏ 5 ਇੱਕ ਆ ਹੋ ਗਿਆ 6 ਇੱਕ ਆ ਹੋ ਗਿਆ 7 ਇੱਕ ਆ ਹੋ ਗਿਆ 8 ਸੋ 8 ਸਟੂਡੈਂਟ ਆ ਆਪਣੇ ਕੋਲੇ ਕੁੱਲ ਸੋ 8 ਨਾਲ ਥੱਲੇ ਡਿਵਾਈਡ ਕਰ ਦਾਂਗੇ ਜਾਣੀ ਕਿ ਇੱਥੋਂ ਮੈਂ ਫਾਰਮੂਲਾ ਕੀ ਬਣਾਇਆ ਕਿ ਸਭ ਤੋਂ ਪਹਿਲਾਂ ਤੁਸੀਂ ਐਕਸ ਦੀਆਂ ਆਈਟਮਾਂ ਨੂੰ ਐਫ ਨਾਲ ਫ੍ਰੀਕੁਐਂਸੀ ਦੀਆਂ ਆਈਟਮਾਂ ਨਾਲ ਪ੍ਰੋਡਕਟ ਕਰੀ ਜਾਣੀ ਆ ਫਿਰ ਉਹਨਾਂ ਨੂੰ ਜੋੜ ਦੇਣਾ ਅਤੇ ਨੀਚੇ ਟੋਟਲ ਨੰਬਰ ਆਫ ਸਟੂਡੈਂਟ ਕਿਵੇਂ ਫ੍ਰੀਕੁਐਂਸੀ ਦੀਆਂ ਆਈਟਮਾਂ ਨੂੰ ਜੋੜ ਲਓ
देखो पहला 3 स्टूडेंट सी, फिर 2 स्टूडेंट सी, फिर एक स्टूडेंट सी, कुल मिला के किन्ने हो गए 8 हो गए सीगे। यानी कि ये एफ की वैल्यू आ, एफ मतलब फ्रीकुएंसी की, तो थल्ले फ्रीकुएंसी ना जोड़ दिंने आ। सो जदों डाटा इदां दिता होवे उदों एफ एक्स नूं फ्रीकुएंसी नाल जोड़ दिता जांदा हुंदा। वेटेड मीन छड्ड दो, शॉर्टकट आ गया। आ देखो आ गया हुण क्वेश्चन एग्जाम्पल 3। ਇਹਦੇ 'ਚ ਵੇਰੀਏਟ ਐਂਡ ਫ੍ਰੀਕੁਐਂਸੀ ਦਿੱਤੀ ਆ। ਮੰਨ ਲਓ ਐਕਸ ਆ ਜਿਹੜਾ, ਇਹਨੂੰ ਮੈਂ ਮਾਰਕਸ ਹੀ ਸਮਝ ਲਿਆ, ਐਕਸ ਮਾਰਕਸ ਆ ਅਤੇ ਫ੍ਰੀਕੁਐਂਸੀ ਜਿੰਨੇ ਸਟੂਡੈਂਟ ਦੇ ਨੰਬਰ ਆਏ ਆ। ਜਾਣੀ ਕਿ 5 ਨੰਬਰ ਕਿੰਨੇ ਸਟੂਡੈਂਟਸ ਦੇ ਆਏ 20, 10 ਨੰਬਰ ਕਿੰਨੇ ਸਟੂਡੈਂਟ ਦੇ ਆਏ 43, 40 ਨੰਬਰ ਕਿੰਨੇ ਸਟੂਡੈਂਟ ਦੇ ਆਏ 9, 50 ਨੰਬਰ ਕਿੰਨੇ ਸਟੂਡੈਂਟ ਦੇ ਆਏ 6। ਸੋ ਇਹ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਕਹਿੰਦੇ ਆ ਇਹਨੂੰ, ਫ੍ਰੀਕੁਐਂਸੀ ਡਿਸਟਰੀਬਿਊਸ਼ਨ। ਸਭ ਤੋਂ ਪਹਿਲਾਂ ਕੀ ਕੀਤਾ, ਇੱਥੇ ਇਹਨਾਂ ਨੇ ਟੇਬਲ ਬਣਾ ਲੈਣਾ ਤੁਸੀਂ ਇਹ ਵਾਲਾ, ਐਕਸ ਦੇ ਮੂਹਰੇ ਫ੍ਰੀਕੁਐਂਸੀ ਲਿਖ ਦੇਣੀ ਹੈ ਜਿਹੜੀ ਕਿ ਸਟੇਟਮੈਂਟ 'ਚ ਤੁਹਾਨੂੰ ਦਿੱਤੀ ਹੋਊਗੀ। ਸਭ ਤੋਂ ਮੈਨੂੰ ਪਤਾ ਵੀ ਆਹ ਪ੍ਰੋਡਕਟ ਕੈਲਕੂਲੇਟ ਕਰਨੀ ਪੈਣੀ ਹੈ ਐਫ ਐਕਸ। ਸੋ ਮੈਂ ਕੀ ਕੀਤਾ, 20 ਅਤੇ 5 ਨੂੰ ਗੁਣਾ ਕਰਤੀ, ਆਨਸਰ ਇੱਥੇ ਲਿਖਤਾ, 10 ਨੂੰ 43 ਨਾਲ ਆਨਸਰ ਇੱਥੇ, ਆਨਸਰ ਇੱਥੇ, ਆਨਸਰ ਇੱਥੇ। ਇਹ ਐਫ ਐਕਸ ਕੈਲਕੂਲੇਟ ਹੋ ਗਈ। ਹੁਣ ਤੁਹਾਨੂੰ ਪਤਾ ਵੀ ਕੀ ਕਰਨਾ, ਫਾਰਮੂਲਾ ਕੀ ਸੀ, ਐਫ ਐਕਸ ਵਾਲੀਆਂ ਸਾਰੀਆਂ ਆਈਟਮਾਂ ਨੂੰ ਜੋੜ ਲਓ, ਇਹਨਾਂ ਦਾ ਟੋਟਲ ਕਰਨਾ। ਹੁਣ ਆਪਾਂ ਟੋਟਲ ਕਿੰਨਾ ਆਇਆ ਇੱਥੇ ਲਿਖਿਆ ਹੋਣਾ ਇਹਨਾਂ ਨੇ, ਆ ਦੇਖੋ ਇਹਨਾਂ ਨੇ ਟੋਟਲ ਕਰਕੇ ਇੱਥੇ ਹੀ ਲਿਖਤਾ 8530 ਟੋਟਲ ਆਇਆ ਕਹਿੰਦੇ। ਬਹੁਤ ਵਧੀਆ ਗੱਲ ਹੋ ਗਈ। ਪਰ ਹੁਣ ਕੁੱਲ ਸਟੂਡੈਂਟ ਵੀ ਗਿਣਨੇ ਪੈਣੇ ਆ, ਉਹ ਕਿਵੇਂ ਗਿਣੀਏ? ਤੁਸੀਂ ਕਹੋਗੇ ਸਰ ਐਂ ਕਰਦੇ ਆ, ਆਹ 20 ਸਟੂਡੈਂਟ ਸੀ, 20 ਅਤੇ ਆਹ 43, ਕਿੰਨੇ ਹੋ ਗਏ 43 ਅਤੇ 20 63। ਉਸ ਤੋਂ ਬਾਅਦ ਆਹ ਸਟੂਡੈਂਟ ਵੀ ਵਿੱਚ ਪਾ ਲਏ, ਉਸ ਤੋਂ ਬਾਅਦ ਆਹ ਸਟੂਡੈਂਟ ਵੀ ਵਿੱਚ ਪਾ ਲਏ। ਜਾਣੀ ਕਿ ਕੁੱਲ ਮਿਲਾ ਕੇ ਇਹਨਾਂ ਸਾਰਿਆਂ ਦਾ ਜੋੜ ਕਰ ਲਿਆ, ਉਹ ਟੋਟਲ ਨੰਬਰ ਆਫ ਸਟੂਡੈਂਟਸ ਆ ਜਾਣਗੇ। ਸੋ ਇੱਥੇ ਕੀ ਕੀਤਾ ਇਹਨਾਂ ਨੇ, ਟੋਟਲ ਨੰਬਰ ਆਫ ਸਟੂਡੈਂਟ ਆ ਲਿਖਦੇ, ਕਿੰਨੇ ਆ ਕਹਿੰਦੇ 384 ਆ। ਕਹਿੰਦਾ ਆਹ ਬਾਰ-ਬਾਰ ਸਮੇਸ਼ਨ ਐਫ ਜਾ ਪਾਉਣਾ ਸਾਨੂੰ ਔਖਾ ਲੱਗਦਾ, ਇਹਨੂੰ ਕੈਪੀਟਲ ਐਨ ਲਿਖ ਲਿਆ ਕਰੋ। ਸੋ ਇਹਨਾਂ ਨੇ ਲਿਖ ਲਿਆ, ਆਹ ਦੇਖੋ ਕੈਪੀਟਲ ਐਨ ਲਿਖੀ ਬੈਠੇ ਆ ਮੂਹਰੇ। ਸੋ ਇਹਦਾ ਮਤਲਬ ਆਪਾਂ ਨੂੰ ਕੀ ਕਰਨਾ ਪੈਣਾ, ਹੁਣ ਜਿਹੜੀ ਐਫ ਐਕਸ ਆ ਗਈ ਉਹਨੂੰ ਇਹਦੇ ਨਾਲ ਡਿਵਾਈਡ ਕਰਨਾ ਪੈਣਾ। ਸੋ ਇਹਨੇ ਕੈਪੀਟਲ ਐਨ ਨਾਲ ਡਿਵਾਈਡ ਕਰਤਾ, 8530 ਬਟਾ 384, ਆਨਸਰ ਕੀ ਆ ਗਿਆ 22.2। ਜਾਣੀ ਕਿ ਜਿਹੜੀ ਤੁਹਾਡੀ ਕਲਾਸ ਆ ਉਹ 22 ਕੁ ਨੰਬਰ ਲੈਣ ਜੋਗੀ ਆ। ਠੀਕ ਆ, ਸੋ ਠੀਕ ਆ, ਇਹਦੇ ਨਾਲ ਮੀਨ ਕੈਲਕੂਲੇਟ ਹੋ ਗਿਆ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਦੀ ਹੈਲਪ ਨਾਲ ਵੀ। ਪਰ ਜੇ ਕੋਈ ਕਹੇ ਵੀ ਇਹਦੇ ਵਿੱਚ ਵੀ ਸ਼ਾਰਟਕਟ ਮੈਥਡ ਦੱਸੋ, ਫ੍ਰੀਕੁਐਂਸੀ ਡਿਸਟਰੀਬਿਊਸ਼ਨ ਜੇ ਆਉਂਦੀ ਆ ਤਾਂ ਇਹਦੇ ਵਿੱਚ ਵੀ ਇੱਕ ਸ਼ਾਰਟਕਟ ਮੈਥਡ ਹੁੰਦਾ, ਉਹ ਆਪਾਂ ਚਲੋ ਅਗਲੀ ਵਾਰ ਡਿਸਕਸ ਕਰਦੇ ਹਾਂ। ਹੁਣ ਜ਼ਿਆਦਾ ਹੋ ਜੂ ਕੰਮ, 43 ਮਿੰਟ ਦਾ ਹੋ ਗਿਆ, ਟੋਪਿਕ ਡਿਫਰੈਂਟ ਹੋਣ ਲੱਗਾ ਅਤੇ ਓਬਵੀਅਸਲੀ ਫਿਰ 50 ਮਿੰਟ ਤੱਕ ਪਹੁੰਚੂਗਾ। ਸੌਰੀ 37 ਮਿੰਟ ਦਾ ਹੋ ਗਿਆ, 50 ਮਿੰਟ 5-7 ਮਿੰਟ ਦਾ ਤਾਂ ਲੱਗ ਹੀ ਜਾਣਾ ਨਾ ਕੁਐਸਚਨ ਐਕਸਪਲੇਨ ਕਰਨ ਨੂੰ। ਸੋ ਅਗਲੀ ਵਾਰ ਕਰਦੇ ਹਾਂ। ਅਟੈਂਡੈਂਸ ਹੁਣੇ ਹੀ ਕਮੈਂਟਾਂ 'ਚ ਪਾ ਦਿਓ ਬਸ। ਓਕੇ।